ਸਵਾਗਤ। ਅਸੀਂ ਤੇਰੇ ਪਿਆਰ ਨੂੰ ਵੇ ਸਾਂਭ ਸਾਂਭ ਰੱਖਿਆ, ਇਸ਼ਕੇ ਦੇ ਵਿਹੜੇ ਵੱਡੀ ਹੋਈ ਤਾਂਘ ਵਾਂਗ ਰੱਖਿਆ। ਜਦੋਂ ਜਦੋਂ ਤੱਕਿਆ ਏ ਤੇਰੇ ਵੱਲ ਸੋਹਣਿਆ, ਸਹੁੰ ਲੱਗੇ ਤੈਨੂੰ ਅਸੀਂ ਰੱਬ ਵਾਂਗ ਤੱਕਿਆ। ਜਿਸ ਵੇਲੇ ਚਿੜੀਆਂ ਦੀ ਅੱਖ ਲੱਗੀ ਹੁੰਦੀ ਏ, ਉਸ ਵੇਲੇ ਅਸੀਂ ਤੈਨੂੰ ਜਾਗ ਜਾਗ ਤੱਕਿਆ। ਸੋ ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਮੈਂ ਹਾਂ ਤੁਹਾਡੇ ਨਾਲ ਮਲਕੀਤ ਸਿੰਘ। ਮੈਂ ਹਾਂ ਬरुण कौर मान। ਮਲਕੀਤ, ਤੁਸੀਂ ਇਹ ਸ਼ੇਰ ਬੋਲਿਆ ਸੀ? ਜੀ ਬਿਲਕੁਲ, ਇਹ 5-6 ਲਾਈਨਾਂ ਦਾ ਸ਼ੇਰ ਸੀ। ਹਾਂਜੀ, ਪ੍ਰੋਗਰਾਮ ਗੱਲਾਂ ਤੇ ਗੀਤ ਸ਼ੁਰੂ ਹੋ ਗਿਆ। ਉਹ ਬਿਲਕੁਲ ਬਰਨ ਜੀ, ਤੁਸੀਂ ਕੀ ਨਾਟਕ ਕਰੀ ਜਾਂਦੇ ਹੋ? ਨਾਟਕ ਤਾਂ ਮੈਂ ਕਰ ਰਹੀ ਸੀ, ਮੈਨੂੰ ਸਾਰਾ ਕੁਝ ਪਤਾ ਸੀ, ਪਰ ਮੈਂ ਕਿਹਾ ਚਲੋ ਥੋੜਾ ਜਿਹਾ ਅੱਜ ਨਾਟਕ ਕਰਕੇ ਦੇਖਿਆ ਜਾਏ, ਕਿਉਂਕਿ ਜਿਹੜੀ ਜ਼ਿੰਦਗੀ ਹੈ ਉਹ ਇੱਕ ਰੰਗਮੰਚ ਹੈ। ਜਦੋਂ ਬੰਦਾ ਵੱਡਾ ਹੋ ਕੇ ਸੱਚੀਆਂ ਗੱਲਾਂ ਵੀ ਦੱਸਦਾ ਹੈ ਨਾ, ਤਾਂ ਲੋਕ ਸੋਚਦੇ ਆ ਨਾਟਕ ਕਰਦਾ, ਇੱਥੇ ਕੀ ਯਕੀਨ ਕਰਨਾ। ਜਦੋਂ ਬੱਚਾ ਨਾਟਕ ਕਰ ਰਿਹਾ ਹੁੰਦਾ ਹੈ, ਉਸਦੇ ਨਾਟਕ ਚੋਂ ਵੀ ਸਾਨੂੰ ਸੱਚਾਈ ਲੱਭਦੀ ਹੈ। ਇਹ ਜ਼ਿੰਦਗੀ ਰੰਗਮੰਚ ਹੈ, ਤੇ ਜਦੋਂ ਇਹ ਜ਼ਿੰਦਗੀ ਰੰਗਮੰਚ ਬੱਚਿਆਂ ਦੇ ਨਾਲ ਜੋੜਦੇ ਆ ਨਾ, ਤਾਂ ਬੱਚੇ ਬੇਸ਼ੱਕ ਨਾਟਕ ਕਰਦੇ ਨੇ, ਪਰ ਜ਼ਿੰਦਗੀ ਦੀਆਂ ਬਹੁਤ ਗਹਿਰਾਈਆਂ ਨੂੰ ਸੱਚੀ ਸੱਚੀ ਸਮਝ ਜਾਂਦੇ ਨੇ। ਬਿਲਕੁਲ ਜੀ। ਸੋ ਅੱਜ ਅਸੀਂ ਵੀ ਰੰਗਮੰਚ ਦੀ ਗੱਲ ਕਰਾਂਗੇ, ਬੱਚਿਆਂ ਦੇ ਲਈ ਖਾਸ ਤੌਰ ਤੇ ਰੰਗਮੰਚ ਦੀ ਕੀ ਭੂਮਿਕਾ ਹੁੰਦੀ ਹੈ। ਸੋ ਅੱਜ ਦੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ ਜਸ਼ਪਾਲ ਜੀ, ਜੋ ਇੱਕ ਨਾਟਕਕਾਰ ਨੇ, ਇੱਕ ਨਿਰਦੇਸ਼ਕ ਨੇ, ਔਰ ਦੇਸ਼ ਦੇ ਵਿੱਚ ਹਜ਼ਾਰਾਂ ਹੀ ਨਾਟਕ ਕਰ ਚੁੱਕੇ ਨੇ, ਔਰ ਬੜੀ ਹੀ ਬਖੂਬੀ ਦੇ ਨਾਲ ਇਹ ਨਾਟਕ ਕਰਦੇ ਨੇ। ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਜਸ਼ਪਾਲ ਜੀ, ਕਿਸੇ ਵੀ ਚੀਜ਼ ਦਾ ਨਾ ਇਤਿਹਾਸ ਹੁੰਦਾ ਹੈ। ਰੰਗਮੰਚ ਦਾ ਵੀ ਕੋਈ ਇਤਿਹਾਸ ਹੋਏਗਾ। ਰੰਗਮੰਚ ਦੇ ਇਤਿਹਾਸ ਦੀ ਜਦੋਂ ਗੱਲ ਕਰਦੇ ਆ, ਤੇ ਫਿਰ ਆਪਣੇ ਆਪ ਆਉਂਦਾ ਕਿ ਬੱਚਿਆਂ ਦੇ ਰੰਗਮੰਚ ਦਾ ਵੀ ਕੋਈ ਵੱਖਰਾ ਇਤਿਹਾਸ ਰਿਹਾ ਹੋਏਗਾ। ਦੇਖੋ, ਜਿੰਨਾ ਪੁਰਾਣਾ ਇਤਿਹਾਸ ਹੈਗਾ ਥੀਏਟਰ ਦਾ, ਉਨਾ ਹੀ ਚਿਲਡਰਨ ਥੀਏਟਰ ਦਾ ਉਨਾ ਹੀ ਪੁਰਾਣਾ ਹੈ, ਕਿਉਂਕਿ ਗ੍ਰੀਕ ਦੇ ਵਿੱਚ ਇੱਕ ਥੈਸਪਸ ਨਾਂ ਦਾ ਬੱਚਾ ਹੁੰਦਾ ਸੀ, 16-17 ਸਾਲ ਦਾ, ਬਾਲਿਗ ਨਹੀਂ ਸੀ ਉਹ। ਉੱਥੋਂ ਸਟਾਰਟ ਹੋਇਆ, ਅੱਜ ਤੋਂ ਤਕਰੀਬਨ 2600-2700 ਸਾਲ ਪਹਿਲਾਂ ਥੀਏਟਰ ਉੱਥੋਂ ਸਟਾਰਟ ਹੋਇਆ ਜੀ। ਉਹ ਬੱਚਾ ਬਹੁਤ ਗਰੀਬ ਸੀਗਾ, ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗੱਲਾਂ, ਗੀਤ, ਚੁਟਕਲੇ ਸੁਣਾ ਕੇ ਲੋਕਾਂ ਨੂੰ ਆਪਣਾ ਪੇਟ ਭਰਦਾ ਸੀ, ਆਪਣੀ ਰੋਜ਼ੀ ਰੋਟੀ ਚਲਾਉਂਦਾ ਸੀ ਜੀ। ਹੌਲੀ ਹੌਲੀ ਉਹਨੇ ਇੱਕ ਸਕ੍ਰਿਪਟ ਲਿਖਣੀ ਸ਼ੁਰੂ ਕਰਤੀ। ਅੱਛਾ ਜੀ। 2 ਕਰੈਕਟਰ 3 ਕਰੈਕਟਰ ਖੁਦ ਹੀ ਕਰਦਾ ਸੀ, 1 ਮੈਨ ਸ਼ੋਅ ਸੀਗਾ ਜੀ। ਫਿਰ ਉਹਨੇ ਕੰਪੀਟੀਸ਼ਨ 'ਚ ਹਿੱਸਾ ਲਿੱਤਾ, ਫਿਰ ਉਹ ਫਸਟ ਆਇਆ। ਉਹ ਰਿਕਾਰਡ ਦੇ ਵਿੱਚ ਉਹਨੂੰ ਵਰਲਡ ਦਾ ਪਹਿਲਾ ਐਕਟਰ ਮੰਨਿਆ ਜਾਂਦਾ ਹੈ। ਇਸੇ ਕਰਕੇ ਆਪਾਂ ਦਲੀਪ ਸਾਹਿਬ ਨੂੰ ਥੈਸਪੀਅਨ ਕਹਿੰਦੇ ਆ, ਜਿਨ੍ਹਾਂ ਨੇ ਇੱਕ ਅਦਾਕਾਰੀ ਦਾ ਇੱਕ ਸਟਾਈਲ ਸਟਾਰਟ ਕੀਤਾ ਜੀ। ਤਾਂ ਚਿਲਡਰਨ ਥੀਏਟਰ ਉੱਥੋਂ ਹੀ ਸਟਾਰਟ ਹੋ ਗਿਆ ਸੀ। ਉਸ ਤੋਂ ਬਾਅਦ ਉਸ ਦੇ ਪੈਰਲਲੀ ਆਪਣਾ ਸੰਸਕ੍ਰਿਤ ਥੀਏਟਰ ਸਟਾਰਟ ਹੋ ਗਏ ਇੰਡੀਆ ਦੇ ਵਿੱਚ ਜੀ। ਭਰਤ ਮੁਨੀ ਨੇ ਨਾਟਯ ਸ਼ਾਸਤਰ ਲਿਖਿਆ ਸੀ, ਉਹਦੇ ਵਿੱਚ ਜਿੰਨੇ ਵੀ ਉਹਨੇ ਸਿਧਾਂਤ ਥੀਏਟਰ ਦੇ ਦੱਸੇ, ਉਹਦੇ ਵਿੱਚ ਸਾਰੇ ਉਹਨਾਂ ਨੇ ਐਕਟੀਵੇਟ ਕੀਤੇ ਜੀ। ਤੋ ਰਾਜੇ ਮਹਾਰਾਜੇ ਲਿਖਦੇ ਹੁੰਦੇ ਸੀਗੇ। ਰਾਜਾ ਸ਼ੁਦਰਕ ਨੇ ਨਾਟਕ ਲਿਖੇ, ਰਾਜਾ ਭਾਸ ਨੇ ਲਿਖੇ ਜੀ, ਕਾਲੀਦਾਸ ਜੀ ਨੇ ਲਿਖਿਆ ਸ਼ਕੁੰਤਲਾ, ਬਹੁਤ ਫੇਮਸ ਹੋਇਆ ਇਹਨਾਂ ਦਾ ਨਾਟਕ। ਤੇ ਉਦੋਂ 3 ਤਰ੍ਹਾਂ ਦੇ ਥੀਏਟਰ ਹੁੰਦੇ ਸੀਗੇ ਜੀ, ਉਹਨਾਂ ਨੇ ਬਣਾਏ। ਸੰਸਕ੍ਰਿਤ ਭਾਸ਼ਾ ਹੁੰਦੀ ਸੀ, 3 ਤਰ੍ਹਾਂ ਦੇ ਥੀਏਟਰ ਸੀ। ਇੱਕ ਤਾਂ ਰਾਜੇ ਮਹਾਰਾਜਿਆਂ ਵਾਸਤੇ, ਮੰਤਰੀਆਂ ਵਾਸਤੇ। ਇੱਕ ਥੀਏਟਰ ਹੁੰਦਾ ਸੀ ਜਿਹੜੇ ਗੁਰੂਜਨ ਵਾਸਤੇ ਜੀ ਜੀ, ਜਿਨ੍ਹਾਂ ਨੂੰ ਦੇਵਤੇ ਮੰਨਿਆ ਜਾਂਦਾ ਸੀ, ਧਰਮਾਤਮਾ ਲੋਕ ਸੀ, ਉਹਨਾਂ ਲਈ ਥੀਏਟਰ ਹੁੰਦਾ ਸੀ। ਇੱਕ ਥੀਏਟਰ ਹੁੰਦਾ ਸੀਗਾ ਆਮ ਜਨਤਾ ਵਾਸਤੇ। ਲੇਕਿਨ ਦਿੱਕਤ ਇਹ ਸੀਗੀ ਕਿ ਆਮ ਜਨਤਾ ਦੀ ਪਹੁੰਚ ਉੱਥੇ ਤੱਕ ਨਹੀਂ ਸੀਗੀ। ਪਿੰਡਾਂ 'ਚੋਂ ਆਵਾਜਾਈ ਦੇ ਸਾਧਨ ਨਹੀਂ ਸੀਗੇ ਕੋਈ, ਨਾ ਹੀ ਉਹਨਾਂ ਦੇ ਭਾਸ਼ਾ ਸਮਝ ਆਉਂਦੀ ਸੀ ਸੰਸਕ੍ਰਿਤ। ਫਿਰ ਕੀ ਹੋਇਆ ਕਿ ਆਪਣੇ ਆਪਣੇ ਪ੍ਰਦੇਸ਼ ਦੇ ਵਿੱਚ ਇੱਕ ਆਪਣੀ ਆਪਣੀ ਭਾਸ਼ਾ ਦੇ ਵਿੱਚ ਲੋਕਾਂ ਦਾ ਇੱਕ ਆਪਣਾ ਥੀਏਟਰ ਲੋਕਾਂ ਨੇ ਇਜਾਦ ਕੀਤਾ ਜੀ ਜੀ, ਜਿਹੜਾ ਲੋਕਾਂ ਦੀ ਗੱਲ ਕਰਦਾ ਸੀ, ਲੋਕਾਂ ਦਾ ਹੀ ਉਹਦੇ ਵਿੱਚ ਸੰਗੀਤ ਹੁੰਦੇ ਸੀ, ਲੋਕਾਂ ਦੇ ਜਿਹੜੀਆਂ ਗੀਤ ਹੁੰਦੇ ਸੀਗੇ, ਉਹਨੂੰ ਕਿਹਾ ਗਿਆ ਫੋਕ ਥੀਏਟਰ ਜੀ। ਉਹ ਜਿਹੜਾ ਹੈਗਾ ਬੰਗਾਲ ਦਾ ਯਾਤਰਾ ਹੈ, ਭਵਾਈ ਹੈ ਗੁਜਰਾਤ ਦਾ, ਨੋਟੰਕੀ ਹੈ ਯੂਪੀ ਬਿਹਾਰ ਦਾ, ਪੰਜਾਬ ਦਾ ਸਾਂਗ ਪੰਡ, ਤੇ ਪਪੇਟ ਥੀਏਟਰ ਹੈ ਰਾਜਸਥਾਨ ਦਾ ਜੀ। ਇਹ ਫਾਰਮ ਦੇ ਵਿੱਚ ਹੈ, ਬਹੁਤ ਹੀ ਮਕਬੂਲ ਹੋਏ, ਜਿਨ੍ਹਾਂ ਤੋਂ ਸਭ ਤੋਂ ਜ਼ਿਆਦਾ ਨੋਟੰਕੀ ਤੇ ਭਵਾਈ, ਇਹਨਾਂ ਦੇ ਵਿੱਚ ਜ਼ਿਆਦਾਤਰ ਵੀਰ ਰਸ ਪ੍ਰਧਾਨ ਜਿਹੜੇ ਹੀਰੋ ਹੁੰਦੇ ਸੀਗੇ, ਉਹਨਾਂ ਤੇ ਆਧਾਰਿਤ ਹੁੰਦੇ ਸੀਗੇ। ਚਾਹੇ ਪ੍ਰਿਥਵੀਰਾਜ ਚੌਹਾਨ ਹੈ, ਚਾਹੇ ਝਾਂਸੀ ਦੀ ਰਾਣੀ ਹੈ, ਚਾਹੇ ਸ਼ਿਵਾਜੀ ਮਰਾਠਾ ਹੈ ਜੀ, ਉਹ ਕਈ ਲੰਮੇ ਸਮੇਂ ਤੱਕ ਚੱਲਦੇ ਰਹੇ। ਉਸ ਤੋਂ ਬਾਅਦ ਮਾਡਰਨ ਥੀਏਟਰ ਦੀ ਸ਼ੁਰੂਆਤ ਹੋਈ, ਇੰਗਲਿਸ਼ ਥੀਏਟਰ ਦਾ ਆਗਾਜ਼ ਹੋਇਆ ਕੈਲਕਟੇ ਦੇ ਵਿੱਚ, ਅੰਗਰੇਜ਼ਾਂ ਨੇ ਸ਼ੁਰੂਆਤ ਕੀਤੀ ਇਹਦੀ। ਤੇ ਨਾਲ ਹੀ ਜਿਹੜੇ ਆਪਣੇ ਹਿੰਦੁਸਤਾਨੀ ਸੀ, ਗਰੀਸ਼ ਚੰਦਰ ਘੋਸ਼ ਜੀ ਹੁੰਦੇ ਸੀ ਬੰਗਾਲ ਦੇ, ਉਹਨਾਂ ਨੇ ਇੰਡੀਅਨ ਥੀਏਟਰ ਦੀ ਸਥਾਪਨਾ ਕੀਤੀ ਜੀ। ਤੇ ਫਿਰ ਪ੍ਰਿਥਵੀ ਥੀਏਟਰ ਦੀ ਸਥਾਪਨਾ ਹੋਈ ਬੰਬੇ 'ਚ। ਤੇ ਅੱਜ ਤੋਂ ਤਕਰੀਬਨ 107 ਸਾਲ ਪਹਿਲਾਂ ਪੰਜਾਬੀ ਰੰਗਮੰਚ ਦੀ ਸਥਾਪਨਾ ਕੀਤੀ ਨੋਰਾ ਰਿਚਰਡ ਜੀ ਨੇ ਜੀ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ
ਬਾਦਲ ਸਰਕਾਰ ਸਾਹਿਬ ਤੇ ਭਾਈ ਮੰਨਾ ਸਿੰਘ ਜੀ, ਭੂਸ਼ਣ ਭਾਜੀ ਕਹਿੰਦੇ ਆ, ਉਹਨਾਂ ਨੇ ਨੁੱਕੜ ਨਾਟਕ ਦਾ ਆਗਾਜ਼ ਕੀਤਾ। ਜੀ ਜੀ। ਥੀਏਟਰ ਚੋਂ ਨਿਕਲ ਕੇ ਜਿਹੜਾ ਹੈ ਨਾਟਕ ਲੋਕਾਂ ਤੱਕ ਪਹੁੰਚਿਆ। ਕਿਤੇ ਤਾਂ ਲੋਕ ਥੀਏਟਰ 'ਚ ਦੇਖਣ ਜਾਂਦੇ ਆ, ਕਿਤੇ ਉਹ ਨਾਟਕ ਨੂੰ ਲੋਕਾਂ ਤੱਕ ਲੈ ਕੇ ਗਏ, ਉਹਦੇ ਨਾਲ ਖਰਚੇ ਵੀ ਘੱਟ ਹੋਏ। ਨੁੱਕੜ ਨਾਟਕ ਤੁਸੀਂ ਦੇਖੋਗੇ ਅੱਜ ਵੀ ਬਹੁਤ ਪ੍ਰਭਾਵਸ਼ਾਲੀ ਹੈ ਨਾ। ਤੇ ਜਦੋਂ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤੇ ਨੌਜਵਾਨਾਂ ਦੇ ਵਿੱਚ ਹਮੇਸ਼ਾ ਇਹੋ ਤਾਂਘ ਹੁੰਦੀ ਹੈ ਕਿ ਮੈਂ ਨਾਟਕ ਕਰਕੇ ਜਾਂ ਥੀਏਟਰ ਕਰਕੇ ਮੈਂ ਕੁਝ ਬਣਨਾ ਹੈ, ਕੁਝ ਹੀਰੋ ਬਣਨਾ ਹੈ ਜਾਂ ਮਤਲਬ ਐਕਟਿੰਗ ਦੀ ਲਾਈਨ 'ਚ ਜਾਣਾ। ਤੇ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਬੱਚਿਆਂ ਦੇ ਵਿੱਚ ਇਹ ਜਿਹੜਾ ਥੀਏਟਰ ਹੈ ਉਹ ਕਿਹੜੀ ਭੂਮਿਕਾ ਨਿਭਾਉਂਦਾ ਹੈ, ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਹੈ? ਬੱਚਿਆਂ ਦੇ ਵਿੱਚ ਜਿਹੜੇ ਦੇਖੋ 4-5 ਸਾਲ ਦਾ ਬੱਚਾ ਸਾਡੇ ਕੋਲ ਆਉਂਦਾ ਹੈ, ਬੱਚਾ ਇੱਕ ਕਲੇ ਦੀ ਤਰ੍ਹਾਂ ਹੁੰਦਾ, ਫਰੈਸ਼ ਕਲੇ ਦੀ ਤਰ੍ਹਾਂ ਹੁੰਦਾ, ਜਿਵੇਂ ਮਰਜ਼ੀ ਤੁਸੀਂ ਉਹਨੂੰ ਮੋਲਡ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਸਾਡਾ ਹੁੰਦਾ ਕਿ ਬੱਚੇ ਦੀ ਹੈਜੀਟੇਸ਼ਨ ਕਿਵੇਂ ਖਤਮ ਕੀਤੀ ਜਾਵੇ, ਝਿਜਕ ਹੈ। ਕੁਝ ਬੱਚੇ ਬਹੁਤ ਜ਼ਿਆਦਾ ਇੰਟਰੋਵਰਟ ਹੁੰਦੇ ਆ, ਉਹਨਾਂ ਤੇ ਟਾਈਮ ਲੱਗ ਜਾਂਦਾ ਹੈ, ਅਦਰਵਾਈਜ਼ ਬੱਚੇ ਕੁਇਕ ਚੱਲ ਜਾਂਦੇ ਆ। ਬੱਚਿਆਂ ਦੀ ਯਾਦਦਾਸ਼ਤ ਬਹੁਤ ਸਟਰੋਂਗ ਹੁੰਦੀ ਹੈ। ਜਿਹੜੇ ਸੀਨੀਅਰ ਆਰਟਿਸਟ ਨੇ ਉਹਨਾਂ ਨੂੰ ਮਹੀਨਾ ਲੱਗ ਜਾਂਦਾ ਹੈ। ਬੱਚੇ 5-7 ਦਿਨ ਦੇ ਅੰਦਰ ਹੀ ਸਾਰਾ ਦਾ ਸਾਰਾ ਨਾਟਕ ਯਾਦ ਕਰ ਲੈਂਦੇ ਨੇ। ਬੱਚਿਆਂ ਦੀ ਇਮੇਜਿਨੇਸ਼ਨ ਬਹੁਤ ਸਟਰੋਂਗ ਹੁੰਦੀ ਹੈ, ਆਬਜ਼ਰਵੇਸ਼ਨ ਬਹੁਤ ਸਟਰੋਂਗ ਹੁੰਦੀ ਹੈ। ਜਿਵੇਂ ਬਾਂਦਰ ਹੈ ਹੈ ਨਾ, ਹਾਂਜੀ, ਬਾਂਦਰ ਮਾਈਮ ਕਰਦਾ, ਇਸ ਤਰ੍ਹਾਂ ਮਾਈਮ ਦੀ ਜਿਹੜੀ ਹੈ ਬੱਚਿਆਂ ਦੀ ਬਹੁਤ ਸਟਰੋਂਗ ਹੁੰਦੀ ਆ ਉਹ, ਤੇ ਬੱਚੇ ਬਹੁਤ ਜਲਦੀ ਪਿਕਅਪ ਕਰ ਲੈਂਦੇ ਨੇ ਸਾਰੀਆਂ ਚੀਜ਼ਾਂ ਨੂੰ। ਬੜੇ ਆਰਟਿਸਟਾਂ 'ਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਜੀ ਹੈ ਨਾ। ਜਦੋਂ ਹਨਾ ਗੱਲ ਹੁੰਦੀ ਹੈ ਰੰਗਮੰਚ ਦੀ, ਕੋਈ ਪ੍ਰੋਗਰਾਮ ਦੇਖ ਰਿਹਾ ਹੋਏਗਾ ਬੱਚਾ, ਉਸ ਦੇ ਮਨ ਵਿੱਚ ਵੀ ਆਉਂਦਾ ਹੋਏਗਾ ਕਿ ਮੈਂ ਕਿੱਦਾਂ ਜੁੜਾ ਰੰਗਮੰਚ ਦੇ ਨਾਲ। ਤੇ ਕਈ ਬੱਚੇ ਸਟੱਡੀ ਕਰਦੇ ਨੇ, ਪੜ੍ਹਦੇ ਨੇ, ਉਹਨਾਂ ਦੇ ਦਿਲ ਵਿੱਚ ਵੀ ਆਉਂਦਾ ਹੈ ਕਿ ਉਹ ਕਿੱਦਾਂ ਜੁੜਨ ਰੰਗਮੰਚ ਦੇ ਨਾਲ। ਤੇ ਮੇਰਾ ਸਵਾਲ ਵੀ ਇਹੀ ਹੈ ਕਿ ਜਿਹੜੇ ਜੁੜਨਾ ਚਾਹੁੰਦੇ ਨੇ ਜਾਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ, ਮਨ ਕਰਦਾ ਹੁੰਦਾ ਕਈ ਵਾਰੀ ਕੁਝ ਕਾਰਨਾਂ ਕਰਕੇ ਆ ਨਹੀਂ ਪਾਉਂਦੇ ਜਾਂ ਉਹਨਾਂ ਨੂੰ ਸਹੀ ਸੇਧ ਨਹੀਂ ਮਿਲਦੀ, ਉਹ ਕਿਵੇਂ ਆਉਣ? ਹਾਂ, ਬਿਲਕੁਲ ਸਹੀ ਜਵਾਬ ਹੈ ਤੁਹਾਡਾ ਸਵਾਲ ਹੈ। ਜਿਹੜੇ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਤੇ ਸਾਰੇ ਐਕਟਿਵ ਨੇ, ਪੇਰੈਂਟਸ ਵੀ, ਬੱਚੇ ਵੀ, ਕਿਤੇ ਨਾ ਕਿਤੇ ਕੋਈ ਵੀ ਜੇ ਪਲੇ ਹੁੰਦਾ ਹੈ, ਬੱਚੇ ਤੁਰੰਤ ਦੇਖਦੇ ਨੇ, ਸਾਨੂੰ ਕੰਟੈਕਟ ਕਰਦੇ ਨੇ ਕਿ ਅਸੀਂ ਵੀ ਥੀਏਟਰ ਕਰਨਾ ਚਾਹੁੰਦੇ ਹਾਂ। ਪੇਰੈਂਟਸ ਲੈ ਕੇ ਆਉਂਦੇ ਨੇ, ਪਲੱਸ ਪੰਕਚੁਅਲ ਹੁੰਦੇ ਨੇ, ਟਾਈਮ ਤੇ ਆਉਂਦੇ ਨੇ ਬੱਚੇ, ਟਾਈਮ ਤੇ ਲੈ ਕੇ ਜਾਂਦੇ ਆ, ਛੱਡ ਕੇ ਜਾਂਦੇ ਆ, ਤੇ ਕੋਈ ਦਿੱਕਤ ਨਹੀਂ ਆਉਂਦੀ। ਅੱਜ ਕੱਲ੍ਹ ਪਹਿਲਾਂ ਥੋੜਾ ਜਿਹਾ ਔਖਾ ਹੁੰਦਾ ਸੀਗਾ ਜੀ, ਹੈ ਨਾ, ਆਵਾਜਾਈ ਦੇ ਸਾਧਨ ਨਹੀਂ ਸੀ, ਹੁਣ ਹਰੇਕ ਕੋਲ ਬਾਈਕ ਹੈ, ਗੱਡੀ ਹੈ, ਤੇ ਕੋਈ ਦਿੱਕਤ ਨਹੀਂ। ਅੱਜ ਕੱਲ੍ਹ ਕੰਟੈਕਟ ਕਰ ਲੈਂਦੇ ਆ, ਬੱਚੇ ਆ ਜਾਂਦੇ ਆ। ਮਤਲਬ ਕਿ ਜਿਹੜੇ ਥੀਏਟਰ ਦੇ ਨਿਰਦੇਸ਼ਕ ਜਾਂ ਨਿਰਮਾਤਾ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਔਰ ਆਪਣੇ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਕਿੱਥੇ ਕਿੱਥੇ ਪਲੇ ਹੁੰਦੇ ਨੇ, ਉਹਨਾਂ ਜਗ੍ਹਾ ਤੇ ਜਾ ਕੇ ਸੰਪਰਕ ਕੀਤਾ ਜਾਵੇ ਤਾਂ ਜੋ ਜੁੜ ਸਕੀਏ। ਹਰੇਕ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਾਂ ਬਹੁਤਾ ਚੱਲ ਰਿਹਾ ਹੈ। ਕਵਿਤਾ ਸ਼ਰਮਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੈ ਪਟਿਆਲੇ ਦੇ ਵਿੱਚ ਬੱਚਿਆਂ ਦੇ ਲਈ। NZCC ਵਰਕਸ਼ਾਪਸ ਲਾਉਂਦਾ ਰਹਿੰਦਾ ਹੈ, ਤੇ ਪਟਿਆਲੇ ਦੇ ਆਸ-ਪਾਸ ਦੇ ਜਿੰਨੇ ਲੋਕ ਹੈ NZCC ਨਾਲ ਇਨ ਟੱਚ ਰਹਿੰਦੇ ਨੇ ਜੀ। ਵਿੰਟਰ ਕੈਂਪ, ਸਮਰ ਕੈਂਪ ਜਿਵੇਂ ਅਸੀਂ ਵੀ ਲਾਉਂਦੇ ਹਾਂ, ਤੇ ਬੱਚੇ ਉਹਨਾਂ ਨੂੰ ਕੰਟੈਕਟ ਕਰਦੇ हैं, फायदा उठाते हैं जी। इमैनुअल सिंह हैं अमर सच, वो भी बढ़िया काम कर रहे हैं जी, काफी अच्छे नाटक बच्चों ਲਈ ਲਿਖੇ ਜਾ ਰਹੇ हैं ਜੀ। तो हर एक जगह कितना ਸਕੂਲਾਂ ਦੇ ਵਿੱਚ ਵੀ ਇਹਨਾਂ ਨੂੰ ਬੱਚਿਆਂ ਨੂੰ ਜਿਹੜਾ ਉਹ ਥੀਏਟਰ ਦੇ ਨਾਲ ਜੋੜਿਆ ਜਾਂਦਾ ਹੈ। ਥੀਏਟਰ ਦੇ ਨਾਲ ਦੇਖੋ ਜਦੋਂ ਸਾਡਾ ਟਾਈਮ ਸੀਗਾ ਉਦੋਂ ਐਨੂਅਲ ਫੰਕਸ਼ਨ ਵੀ ਨਹੀਂ ਹੁੰਦੇ ਸੀ, ਬਹੁਤ ਘੱਟ ਮੌਕਾ ਮਿਲਦਾ ਸੀ, ਸਰਕਾਰੀ ਸਕੂਲ ਹੁੰਦੇ ਸੀ। ਜਦੋਂ ਦੇ ਕਨਵੈਂਟ ਸਕੂਲ ਹੋਣ ਦੇ ਵਿੱਚ ਆਏ ਉਸ ਤੋਂ ਬਾਅਦ ਇੱਕ ਉਹਨਾਂ ਦਾ ਆਪਸ ਦਾ ਜਿਹੜਾ ਕੰਪੀਟੀਸ਼ਨ ਹੈ ਉਸ ਕਰਕੇ ਵੀ ਕੁਝ ਐਕਟੀਵਿਟੀਜ਼ ਕਰਨੀ, ਬੱਚਿਆਂ ਦਾ ਐਕਟੀਵਿਟੀਜ਼ ਕਰਨੀ ਕਾਫੀ ਜ਼ਿਆਦਾ ਧਿਆਨ ਦਿੱਤਾ ਗਿਆ। ਉਹਦੇ ਨਾਲ ਪ੍ਰੋਫੈਸ਼ਨਲ ਵੀ ਬੁਲਾਏ ਜਾਂਦੇ ਨੇ। ਕਈ ਸਕੂਲਾਂ ਦੇ ਵਿੱਚ ਤਾਂ ਦੇਖੋ ਸਬਜੈਕਟ ਵੀ ਲਾਗੂ ਕੀਤਾ ਹੈ ਜੀ, NSD ਸਬਜੈਕਟ ਵੀ ਲਾਗੂ ਕੀਤਾ ਹੈ CBSE ਨੇ ਜੀ, ਤੇ ਉਸ ਕਰਕੇ ਕਾਫੀ ਬੱਚਿਆਂ ਨੂੰ ਮੌਕਾ ਮਿਲਦਾ ਹੈ ਕਰਨ ਦਾ, ਕੰਪੀਟੀਸ਼ਨਸ ਹੁੰਦੇ ਨੇ ਜੀ। ਤੋ ਅੱਛਾ ਸਕੋਪ ਹੈ ਕਨਵੈਂਟ ਸਕੂਲ ਹੈ ਜਿਹੜੇ ਜੀ। ਇੱਕ ਉਮਰ ਦਾ ਲਿਹਾਜ਼ਾ ਹੁੰਦਾ ਹੈ ਕਿ ਇੱਕ ਉਮਰ ਆਉਂਦੀ ਹੈ ਜਿੱਥੇ ਬੰਦਾ ਕਹਿੰਦਾ ਹੈ ਕਿ ਹਾਂ ਬਈ ਹੁਣ ਤੇਰੀ ਸਿੱਖਣ ਦੀ ਉਮਰ ਸ਼ੁਰੂ ਹੋ ਗਈ ਹੈ, ਹੁਣ ਤੂੰ ਸਟੇਜ ਤੇ ਚੜ੍ਹ ਸਕਦਾ ਹੈ, ਹੁਣ ਤੈਨੂੰ ਡਾਇਲੌਗ ਵੀ ਲਰਨ ਹੋ ਜਾਣਗੇ। ਤੇ ਇੱਕ ਹੁੰਦਾ ਹੈ ਕਿ ਚਾਹੇ ਛੋਟੀ ਜਿਹੀ ਪੋਇਮ ਹੈ ਉਸਨੂੰ ਕਾਫੀ ਸਮਾਂ ਲੱਗਦਾ ਹੈ ਚੇਤੇ ਕਰਾਉਣ ਦੇ ਵਿੱਚ, ਤਾਂ ਜਾ ਕੇ ਬੱਚਾ ਸਟੇਜ ਤੇ ਪਰਫਾਰਮੈਂਸ ਦੇ ਪਾਉਂਦਾ ਹੈ। ਜਦੋਂ ਗੱਲ ਉਮਰ ਦੀ ਆਉਂਦੀ ਹੈ ਤੇ ਸਵਾਲ ਵੀ ਦਿਲ ਵਿੱਚ ਆਉਂਦਾ ਹੈ ਕਿ ਕਿਹੜੀ ਉਮਰ ਹੈ ਜਿਸ ਉਮਰ 'ਚ ਬੱਚੇ ਨੂੰ ਸਟੇਜ ਤੇ ਚੜਾਇਆ ਜਾ ਸਕਦਾ ਹੈ, ਰੰਗਮੰਚ ਦੇ ਵਿੱਚ ਲੈ ਕੇ ਆਇਆ ਜਾ ਸਕਦਾ ਹੈ? ਦੇਖੋ ਕੋਈ ਉਮਰ ਨਹੀਂ ਹੁੰਦੀ। 4-4 ਸਾਲ ਦੇ ਬੱਚੇ ਸਾਡੇ ਕੋਲ ਆ ਕੇ 3 ਸਾਲ ਦੇ ਵੀ ਇਵਨ ਪਰਫਾਰਮ ਕਰ ਜਾਂਦੇ ਨੇ ਜੀ। ਕੁਛ ਇੱਕ ਨਾਟਕ ਨੇ ਈਦਗਾਹ ਹੈ ਜਿਵੇਂ ਮੁਨਸ਼ੀ ਪ੍ਰੇਮ ਚੰਦ, ਉਹ 'ਚ 5 ਤੋਂ ਲੈ ਕੇ 7, 8, 10 ਸਾਲ ਤੱਕ ਦੇ ਬੱਚੇ ਨੇ ਸਾਰੇ। ਉਹ 4-4 ਸਾਲ ਦੇ ਬੱਚੇ ਵੀ ਆ ਕੇ ਵਿੱਚ ਮੇਲੇ ਦੇ ਸੀਨ ਦੇ ਵਿੱਚ ਐਂਟਰੀ ਮਾਰ ਜਾਂਦੇ ਨੇ ਜੀ, ਹੈ ਨਾ। ਤੋ
4 ਸਾਲ ਤੋਂ ਲੈ ਕੇ 15 16 17 18 ਸਾਲ ਤੱਕ ਦੇ ਕਰਦੇ ਆ, ਬਲਕਿ ਉਹਨਾਂ ਦੇ ਪੇਰੈਂਟਸ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਬੱਚਿਆਂ ਨਾਲ ਪਰਫਾਰਮ ਕਰੀਏ, ਕਈ ਵਾਰ ਉਹ ਵੀ ਕਰ ਜਾਂਦੇ ਆ ਕਿ ਜੀ ਕੋਈ ਉਮਰ ਨਹੀਂ ਹੁੰਦੀ ਸਿੱਖਣ ਦੀ। ਟਾਈਮ ਤੇ ਲੈ ਆਉਂਦੇ ਆ, ਇਹ ਹੁੰਦਾ ਹੈ ਕਿ ਬੱਚੇ ਨੂੰ ਜੇ ਟਾਈਮ ਤੇ ਲੈਣ, ਉਹ ਜਿਹੜਾ ਇੰਟਰੋਵਰਟ ਹੈ ਬੱਚਾ, ਕੋਈ ਸ਼ਾਈ ਹੈ, ਉਹਨੂੰ ਫਾਇਦਾ ਹੋ ਜਾਂਦਾ ਜੇ ਟਾਈਮ ਤੇ। ਅੱਛਾ, ਮਤਲਬ ਕਿ ਤੁਸੀਂ ਕਿ 4-5 ਸਾਲ ਦਾ ਬੱਚਾ, 4-5 ਸਾਲ ਦਾ ਬੱਚਾ ਹੈ ਜਿਹੜਾ ਮਤਲਬ ਕਿ ਪਹਿਲਾਂ ਸਟੇਜ ਤੇ ਚੜਨ ਤੋਂ ਪਹਿਲਾਂ ਤੁਹਾਨੂੰ ਬੜਾ ਚਾਅ ਆ ਕਿ ਮੈਂ ਸਟੇਜ ਤੇ ਚੜਨਾ, ਮੈਨੂੰ ਲੋਕਾਂ ਨੇ ਦੇਖਣਾ, ਮੈਂ ਸੋਹਣੀ ਜੀ ਫਰੋਕ ਪਾਈ ਆ ਜਾਂ ਸੋਹਣੀ ਜੀ ਹੈ ਨਾ ਡਰੈਸ ਪਾਈ ਆ, ਤੇ ਸਟੇਜ ਤੇ ਚੜਿਆ ਕਈ ਵਾਰੀ ਮੂਡ ਸਵਿੰਗ ਹੋ ਜਾਂਦੇ, ਬਦਲ ਜਾਂਦਾ, ਬੱਚੇ ਦਾ ਮੂਡ ਬਦਲ ਜਾਂਦਾ, ਉਹ ਕਿੰਨਾ ਕੁ ਔਖਾ ਹੁੰਦਾ ਉਸ ਚੀਜ਼ ਨੂੰ ਸਾਂਭਣਾ? ਨਹੀਂ, ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦਾ, ਅੱਜ ਤੱਕ ਕਦੇ ਦਿੱਕਤ ਨਹੀਂ ਆਈ, ਸਾਨੂੰ ਦਿੱਕਤ ਨਹੀਂ ਆਈ। ਉਹਦਾ ਕਾਰਨ ਹੈ ਕਿ ਬੱਚੇ 'ਚ ਕੌਨਫੀਡੈਂਸ ਪੈਦਾ ਕਰਨਾ ਪੈਂਦਾ, ਹਰ ਬੱਚੇ 'ਚ ਟੈਲੈਂਟ ਹੁੰਦਾ, ਸਾਨੂੰ ਸਿਰਫ ਰਿਅਲਾਈਜ਼ ਕਰਾਉਣਾ ਪੈਂਦਾ ਕਿ ਤੂੰ ਇਹ ਕਰ ਸਕਦਾ, ਤੂੰ ਇਹ ਕਰ ਸਕਦਾ। ਵੱਡੀ ਗੱਲ ਇਹ ਹੈ। ਤੇ ਅਸੀਂ ਸ਼ੁਰੂਆਤ ਇਹ ਨਹੀਂ ਕਰਦੇ ਆਂਦੀ ਬੱਚੇ ਨੂੰ ਸਕ੍ਰਿਪਟ ਫੜਾ ਦਿਓ, 5 ਸਾਲ ਦੇ ਬੱਚੇ ਨੂੰ ਕੀ ਸਕ੍ਰਿਪਟ ਦੇਵਾਂਗੇ ਆਪਾਂ, ਪੜ੍ਹ ਸਕਦਾ ਵਿਚਾਰਾ, ਅਸੀਂ ਹੋਮਵਰਕ ਦਿੰਦੇ ਹੀ ਨਹੀਂ ਬੱਚਿਆਂ ਨੂੰ। ਉਹ ਠੀਕ ਹੈ ਜੀ, ਹੈ ਨਾ, ਬੱਚਾ ਆਂਦਾ ਤਾਂ ਜੇ ਥਿਊਰੀਆਂ ਸਮਝਾਉਣ ਲੱਗ ਜਾਈਏ, ਡਿਟੇਲਸ, ਫਿਰ ਬੱਚਾ ਭੱਜ ਜਾਂਦਾ, ਬੋਰ ਹੋ ਜਾਂਦਾ। ਮੇਨ ਹੁੰਦਾ ਬੱਚੇ ਦਾ ਇੰਟਰਸਟ ਕਿਵੇਂ ਕ੍ਰੀਏਟ ਕੀਤਾ ਜਾਵੇ। ਜਦ ਸਾਡੇ ਕੋਲ ਬੱਚਾ ਆਂਦਾ ਹੈ, ਸਭ ਤੋਂ ਪਹਿਲਾਂ ਅਸੀਂ ਨਾਟਕ ਦਾ ਉਹ ਪੋਰਸ਼ਨ ਚੱਕਦੇ ਹਾਂ ਜਿਹੜਾ ਬਹੁਤ ਇੰਟਰਸਟਿੰਗ ਹੁੰਦਾ। ਜਿਵੇਂ ਈਦਗਾਹ 'ਚ ਮੇਲੇ ਦਾ ਸੀਨ ਹੈ, ਬੱਚੇ ਹੱਸਦੇ, ਟੱਪਦੇ, ਨੱਚਦੇ, ਰੌਲਾ ਪਾਉਂਦੇ, ਮੇਲੇ ਨੂੰ ਜਾਂਦੇ ਆ। ਉਹ ਜਦ ਬੱਚਾ ਕਰਦਾ, ਉਹ ਫਿਰ ਘਰੇ ਜਾ ਕੇ ਡਾਇਲੋਗ ਬੋਲ ਕੇ ਸੁਣਾਉਂਦਾ, ਉਹਨੂੰ ਕੌਨਫੀਡੈਂਸ ਹੁੰਦਾ ਕਿ ਮੈਂ ਵੀ ਕਰ ਸਕਦਾ। ਦੈਨ ਫਿਰ ਉਹਨੂੰ ਜਿਹੜੇ ਅਖੀਰ ਦੇ ਟ੍ਰੈਜਿਕ ਸੀਨ ਹੈ ਹਾਮਿਦ ਦੇ, ਉਹ ਦਿੰਦੇ ਆ, ਬਿਲਕੁਲ, ਉਹ ਫਿਰ ਬਹੁਤ ਵਧੀਆ ਕੱਢ ਕੇ ਜਾਂਦਾ। ਬੱਚਿਆਂ ਦੇ ਵਿਕਾਸ ਦਿਮਾਗੀ ਤੌਰ ਤੇ ਵੀ, ਸਰੀਰਕ ਤੌਰ ਤੇ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਰੰਗਮੰਚ ਬੱਚਿਆਂ ਦੇ ਵਿਕਾਸ ਦੇ ਵਿੱਚ ਕਿਵੇਂ ਦੀ ਭੂਮਿਕਾ ਨਿਭਾਉਂਦਾ ਹੈ? ਦੇਖੋ, ਰੰਗਮੰਚ ਚਿਲਡਰਨ ਥੀਏਟਰ ਹੈ ਜਿਹੜਾ ਬਹੁਤ ਕਲਰਫੁਲ ਹੈ ਜੀ। ਇਹ 'ਚ ਵੈਰਾਈਟੀ ਆਫ ਕਲਰਸ ਨੇ, ਵੈਰਾਈਟੀ ਆਫ ਕਰੈਕਟਰਸ ਨੇ। ਉਹ ਕਰੈਕਟਰ ਨੇ ਜਿਹੜੇ ਸਾਨੂੰ ਮੈਸਰ ਨਹੀਂ ਹੁੰਦੇ, ਸਾਨੂੰ ਮਿਲਦੇ ਨਹੀਂ ਹੈ। ਬਾਂਦਰ ਦਾ ਰੋਲ ਹੋ ਗਿਆ, ਹਾਂਜੀ, ਮੋਰ ਦਾ ਰੋਲ ਹੋ ਗਿਆ, ਚਿੜੀ ਹੋ ਗਿਆ, ਤੋਤਾ ਹੋ ਗਿਆ, ਜਾਦੂਗਰ ਹੋ ਗਿਆ, ਕਲਾਊਨ ਹੋ ਗਿਆ, ਬੱਚਿਆਂ ਦੇ ਫੇਵਰਿਟ ਕਰੈਕਟਰਸ ਨੇ ਜੀ। तो डिफरेंट करैक्टर्स करके बच्चे ਦੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਉਹਦੀ ਸਪੀਚ ਕਲੀਅਰ ਹੁੰਦੀ ਹੈ। ਕਈ ਬੱਚੇ ਥੋੜਾ ਬਹੁਤ ਹਕਲਾਂਦੇ ਹੁੰਦੇ ਆ, ਉਹਨਾਂ ਦੀ ਉਹ ਵੀ ਪ੍ਰੋਬਲਮ ਸਹੀ ਹੋ ਜਾਂਦੀ ਹੈ ਨਾ। ਜਿਹੜੇ ਇੰਟਰੋਵਰਟ ਹੁੰਦੇ ਆ ਉਹ ਖੁੱਲ ਜਾਂਦੇ ਆ, ਥੋੜਾ ਬਹੁਤ ਡਿਪਰੈਸ਼ਨ ਚ ਆ ਜਾਂਦੇ ਆ ਕਈ ਵਾਰ ਬੱਚੇ। ਜਿਵੇਂ ਪਿੱਛੇ ਲਾਕਡਾਊਨ ਰਿਹਾ, ਕਾਫੀ ਬੱਚੇ ਘਰੇ ਬੈਠੇ ਬੈਠੇ ਡਿਪਰੈਸ਼ਨ ਚ ਆ ਗਏ, ਸਾਰਾ ਦਿਨ ਮੋਬਾਈਲ ਤੇ, ਹਾਂਜੀ ਮੋਬਾਈਲ ਤੇ ਸਾਰਾ ਦਿਨ। ਫਿਰ ਇੱਕਦਮ ਸਾਡੇ ਕੋਲ ਰਸ਼ ਹੋ ਗਿਆ। ਅੱਛਾ, ਫਿਰ ਅਸੀਂ 3-4 ਨਾਟਕ ਇਕੱਠੇ ਕੀਤੇ, 3 ਦਿਨ ਦਾ ਫੈਸਟੀਵਲ ਕੀਤਾ ਜੀ, ਨਾ ਪਰਮਿਸ਼ਨ ਲੈ ਕੇ ਸਪੈਸ਼ਲ, ਤੇ ਵਰਕਸ਼ਾਪ ਲਾਈ। ਹਾਂਜੀ, तो ਇਸ ਕਰਕੇ ਬਹੁਤ ਫਾਇਦਾ ਮਿਲਦਾ ਬੱਚੇ। ਕਿਵੇਂ ਦਾ ਉਹ ਐਕਸਪੀਰੀਅੰਸ ਕਿਵੇਂ ਦਾ ਰਿਹਾ, ਕਿਵੇਂ ਲੱਗਿਆ ਉਹ ਦਿਨ ਜਦੋਂ ਤੁਹਾਡੇ ਕੋਲ ਇੰਨੇ ਬੱਚੇ ਸੀਗੇ ਇਕੱਠੇ ਤੇ ਨਾਟਕ ਕਰਦੇ ਆ, ਤੇ ਕਿੱਦਾਂ ਲੋਕ ਵੀ ਤੁਹਾਨੂੰ ਦੇਖਣ ਆਉਂਦੇ ਸੀ? ਦੇਖੋ, ਬੱਚਿਆਂ ਦੀ ਘਾਟ ਨਹੀਂ ਰਹੀ, ਖਾਸ ਕਰ ਸੰਗਰੂਰ 'ਚ ਹਜ਼ਾਰਾਂ ਦੀ ਤਾਦਾਦ 'ਚ ਬੱਚੇ ਜੁੜੇ ਹੋਏ ਸਾਡੇ ਨਾਲ। ਹਰੇਕ ਫੰਕਸ਼ਨ ਸਾਡੇ ਭਰਪੂਰ ਰਸ਼ ਹੁੰਦਾ ਹੈ ਜੀ। ਬੱਚਿਆਂ ਦਾ ਇੱਕ ਫਾਇਦਾ ਹੋਰ ਹੁੰਦਾ ਹੈ ਕਿ ਆਡੀਅנס ਦੀ ਦਿੱਕਤ ਨਹੀਂ ਆਉਂਦੀ ਜੀ। ਜੇ 30 ਬੱਚੇ ਆ ਤਾਂ 100-150 ਤਾਂ ਉਹਨਾਂ ਦੇ ਪੇਰੈਂਟਸ ਆ ਜਾਂਦੇ, ਚਾਚੇ ਤਾਏ ਰਿਸ਼ਤੇਦਾਰ ਸਾਰੇ ਆ ਜਾਂਦੇ ਆ। ਹਾਂਜੀ ਹਾਂਜੀ, ਹੈ ਨਾ। ਬੱਚੇ ਆਉਂਦੇ ਆ ਤਾਂ ਆਡੀਅנס ਆਉਂਦੀ ਹੈ, ਬੱਚਿਆਂ ਦੀਆਂ ਤਾਂ ਰੌਣਕਾਂ ਆਉਂਦੀਆਂ, ਸਾਡਾ ਵੀ ਜੀ ਲੱਗਦਾ ਹੈ, ਸਾਡਾ ਜੀ ਨਹੀਂ ਲੱਗਦਾ ਬੱਚਿਆਂ ਵੀ। ਜੀ ਜੀ ਜੀ, ਮੈਨੂੰ ਨਾ ਗੱਲ ਯਾਦ ਆ ਰਹੀ ਸੀ ਜਸ਼ਪਾਲ ਸਰ ਹੋਣਾ ਦੀ ਗੱਲ ਤੋਂ, ਇੱਕ ਕਿ ਜਦੋਂ ਬੱਚਿਆਂ ਦੇ ਸਕੂਲ ਦੇ ਵਿੱਚ ਜਾਂ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਹਨੂੰ ਕਹਿ ਦਿੰਦੇ ਹੁੰਦੇ, ਤੂੰ ਕੀ ਬਣਿਆ ਸੀ ਸਟੇਜ ਤੇ? ਆਖੇ ਮੈਂ ਦਰਖਤ ਬਣਿਆ ਹੋਇਆ ਸੀ, ਹਨਾ। ਉਹ ਬੱਚੇ ਲਈ ਬੜੀ ਚਾਅ ਦੀ ਗੱਲ ਹੁੰਦੀ ਹੈ ਕਿ ਮੈਨੂੰ ਆਹ ਵਾਲਾ ਦਰਖਤ ਬਣਾਇਆ ਸੀ, ਮੈਨੂੰ ਮੋਰ ਬਣਾਇਆ ਸੀ। ਉਹ ਇੰਨੇ 'ਚ ਹੀ ਖੁਸ਼ ਹੋ ਜਾਂਦੇ ਨੇ ਤੇ ਹੌਲੀ ਹੌਲੀ ਫਿਰ ਸੱਚੀ ਦੇ ਨਾਟਕਾਂ ਦੇ ਨਾਲ ਜਿਹੜੇ ਜੁੜ ਜਾਂਦੇ ਨੇ। ਕਈ ਵਾਰ ਬੱਚੇ ਦੇ ਮਾਸਕ ਲੱਗਿਆ ਹੁੰਦਾ, ਉਹ ਵੀ ਦਿਖਾਉਂਦਾ ਫੋਟੋ, ਉਹ ਫੋਟੋ ਬਣਵਾ ਲੈਂਦਾ ਬੱਚਾ ਕਿ ਆ ਦੇਖੋ ਜੀ ਆ ਮੈਂ ਸੀਗਾ। ਔਰ ਫਿਰ ਉਹ ਪਹਿਲਾਂ ਹੀ ਕਹਿ ਦਿੰਦਾ ਆਪਣੀ ਮੰਮੀ ਨੂੰ ਕਿ ਮੰਮੀ ਆ ਮੈਂ ਨਾ ਇਦਾਂ ਦਾ ਮੇਰੇ ਮੂੰਹ ਤੇ ਮਾਸਕ ਲੱਗਿਆ ਹੋਣਾ, ਮੈਂ ਆ ਪਾਇਆ ਹੋਣਾ, ਮੈਨੂੰ ਦੇਖਿਓ। ਫਿਰ ਮੰਮੀ ਵੀ ਚਾਅ ਨਾਲ ਕਹਿੰਦੀ ਹਾਂ ਤੈਨੂੰ ਦੇਖਿਆ ਸੀ, ਤੂੰ ਬਹੁਤ ਸੋਹਣਾ ਲੱਗਦਾ ਸੀ। ਜਦੋਂ ਅਸੀਂ ਕਿਸੇ ਵੀ ਖੇਤਰ ਦੇ ਵਿੱਚ ਆਉਂਦੇ ਹਾਂ, ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ। ਜਦੋਂ ਇੱਕ ਮਾਂ-ਬਾਪ ਨੇ ਆਪਣੇ ਬੱਚੇ ਨੂੰ ਰੰਗਮੰਚ ਦੀ ਦੁਨੀਆ ਦੇ ਵਿੱਚ ਭੇਜਣਾ ਹੈ, ਉਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣ? ਦੇਖੋ, ਜਦੋਂ 4 ਜਾਂ 5 ਸਾਲ ਦੇ ਬੱਚੇ ਨੂੰ ਲੈ ਕੇ ਆਉਂਦੇ ਆ, ਪਹਿਲਾਂ ਤਾਂ ਉਹ ਇਹ ਦੇਖਦੇ ਆ ਕਿ ਇੱਥੇ ਸੇਫਟੀ ਹੈ ਬੱਚੇ ਦੀ ਜੀ। ਸਾਡੀ ਵੀ ਇਹੀ ਹੁੰਦੀ ਹੈ ਕਿ ਪਰਫਾਰਮੈਂਸ ਬਾਅਦ 'ਚ, ਪਹਿਲਾਂ ਬੱਚੇ ਦੀ ਸੇਫਟੀ ਤੇ ਉਹਦੀ ਜਿਹੜੇ ਪ੍ਰੋਬਲਮਸ ਹੁੰਦੀਆਂ ਹੈ ਨਾ, ਉਹਨਾਂ ਦਾ ਖਿਆਲ ਰੱਖਿਆ ਜਾਵੇ। ਉਹ ਚੀਜ਼ਾਂ ਪੇਰੈਂਟਸ ਦੇਖਦੇ ਨੇ, ਮਾਹੌਲ ਦੇਖਦੇ ਨੇ ਕਿਹੋ ਜਿਹਾ ਹੈ ਨਾ, ਕਿਹੋ ਜਿਹੇ ਬੱਚੇ, ਦੂਸਰੇ ਬੱਚੇ ਕਿਹੋ ਜਿਹੇ ਆਉਂਦੇ ਆ, ਬੱਚਿਆਂ ਦੀ ਕਿਸ ਤਰ੍ਹਾਂ ਦੀ ਕਨਵਰਸੇਸ਼ਨ ਹੁੰਦੀ ਹੈ, ਘਰੇ ਜਾ ਕੇ ਬੱਚੇ ਕੀ ਗੱਲ ਦੱਸਦੇ ਨੇ, ਉਹ ਚੀਜ਼ਾਂ ਦਾ ਖਾਸ ਕਰ ਖਿਆਲ ਰੱਖਦੇ ਨੇ। ਸੇਫਟੀ ਬਾਕੀ ਜ਼ਰੂਰੀ ਹੈ, ਬਾਕੀ ਕੋਈ ਦਿੱਕਤ ਨਹੀਂ ਹੁੰਦੀ। ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ, ਮੈਨੂੰ ਲੱਗਦਾ ਤੁਸੀਂ ਕਾਫੀ ਪੁਰਾਣਾ ਇਹ ਖੇਤਰ ਦੇ ਵਿੱਚ ਆਏ ਰੰਗਮੰਚ ਦੇ, ਸੋ ਤੁਸੀਂ ਜਦੋਂ ਸਟਾਰਟ ਕੀਤਾ ਸੀ ਉਦੋਂ ਕਿਹੋ ਜਿਹਾ ਮਾਹੌਲ ਸੀਗਾ?
ਉਦੋਂ ਦੇਖੋ ਸਰਕਾਰੀ ਸਕੂਲ ਹੁੰਦੇ ਸੀ, ਪਹਿਲਾਂ ਵੀ ਦੱਸਿਆ ਮੈਂ, ਕੋਈ ਐਨੂਅਲ ਫੰਕਸ਼ਨ ਨਹੀਂ ਹੁੰਦਾ ਸੀ, ਕੋਈ ਮੌਕਾ ਨਹੀਂ ਮਿਲਦਾ ਸੀ। ਮੈਂ 9 ਜਾਂ 10 ਸਾਲ ਦਾ ਸੀ, ਮੇਰੇ ਫਾਦਰ ਸਾਹਿਬ ਦਾ ਥੀਏਟਰ ਗਰੁੱਪ ਸੀਗਾ। ਹਾਂਜੀ, ਉਹ ਅਦਾਕਾਰ ਰਹੇ ਨੇ, ਰੰਗਮੰਚ ਦੇ ਕਲਾ ਕੇਂਦਰ ਹੁੰਦਾ ਸੀ ਸੰਗਰੂਰ ਦੇ ਵਿੱਚ ਜੀ। ਉਹਨਾਂ ਦੇ ਵਿੱਚ ਛੋਟੇ ਰੋਲ ਕਰਨ ਨੂੰ ਮਿਲਦੇ ਸੀ। 2 ਮਹੀਨੇ 3 ਮਹੀਨੇ ਬਾਅਦ ਇੱਕ ਦਾ ਨਾਟਕ ਕਰਦੇ ਹੁੰਦੇ ਸੀ। ਤੇ ਬਾਈਸਕੋਪ ਦੇਖਦੇ ਹੁੰਦੇ ਸੀ ਅਸੀਂ, ਪਪੇਟ ਥੀਏਟਰ ਦੇਖਦੇ ਹੁੰਦੇ ਸੀ। ਪਪੇਟ ਥੀਏਟਰ ਵਾਲੇ ਆਉਂਦੇ ਸੀ ਪਹਿਲਾਂ, ਅੱਜ ਕੱਲ੍ਹ ਤਾਂ ਅਲੋਪ ਹੋ ਗਿਆ ਪਪੇਟ ਥੀਏਟਰ। ਤੋ ਜਿਹੜੇ ਬੱਚੇ ਸੀ ਅਸੀਂ 4-4 8-8 ਨੇ ਇਕੱਠੇ ਕਰਕੇ ਮਹੱਲੇ ਚੋਂ ਉਹਨਾਂ ਨੂੰ ਦਿੰਦੇ ਹੁੰਦੇ ਸੀ। ਪਪੇਟ ਮਤਲਬ ਕਠਪੁਤਲੀਆਂ ਵਾਲਾ ਨਾ, ਉਹਨੂੰ ਦਿੰਦੇ ਹੁੰਦੇ ਸੀ। ਉਹ ਫਿਰ ਪਪੇਟ ਸ਼ੋਅ ਦਿਖਾਉਂਦਾ ਸੀਗਾ ਜੀ। ਉੱਥੋਂ ਪ੍ਰਭਾਵਿਤ ਹੋਏ। ਫਿਰ ਅਸੀਂ ਕਾਲਜ 'ਚ ਜਾ ਕੇ ਮੈਂ ਯੂਥ ਫੈਸਟੀਵਲ 'ਚ ਕਾਫੀ ਵੱਧ ਚੜ੍ਹ ਕੇ ਹਿੱਸਾ ਲਿੱਤਾ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਥੀਏਟਰ ਡਿਪਾਰਟਮੈਂਟ ਜੁਆਇਨ ਕੀਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਅੱਛਾ ਜੀ। ਉੱਥੇ ਸਾਡੇ ਗੁਰੂਜਨਾਂ ਨਾਲ ਮੁਲਾਕਾਤ ਹੋਈ, ਬਲਰਾਜ ਪੰਡਿਤ ਜੀ ਤੇ ਕ੍ਰਿਸ਼ਨ ਦਿਵੇਦੀ ਜੀ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਫਿਰ ਅਸੀਂ ਬੰਬੇ ਚਲਾ ਗਿਆ, ਮੈਂ 5-4 ਸਾਲ ਉੱਥੇ ਲਾਏ। ਉੱਥੇ ਕੁਝ ਪਲੇ ਕੀਤੇ, ਕੁਝ ਅੱਛੇ ਪਲੇ, ਕਲਾਸਿਕ ਪਲੇ ਦੇਖਣ ਨੂੰ ਮਿਲੇ ਪ੍ਰਿਥਵੀ ਥੀਏਟਰ 'ਚ। ਬਹੁਤ ਸਾਰੀਆਂ ਹਸਤੀਆਂ ਨਾਲ ਮੁਲਾਕਾਤ ਹੋਈ ਥੀਏਟਰ ਦੀਆਂ, ਫਿਲਮ ਦੀਆਂ। ਫਿਰ 92 'ਚ ਵਾਪਿਸ ਆ ਕੇ ਦੁਬਾਰਾ ਥੀਏਟਰ ਸਟਾਰਟ ਕੀਤਾ ਤੇ 98 'ਚ ਆ ਕੇ ਅਸੀਂ ਚਿਲਡਰਨ ਥੀਏਟਰ ਰੈਗੂਲਰ ਸਟਾਰਟ ਕਰਤਾ ਫਿਰ ਜੀ। ਤੇ ਸਮਰ ਕੈਂਪ, ਵਿੰਟਰ ਕੈਂਪ, ਬਹੁਤ ਸਾਰੀਆਂ ਸੈਂਕੜੇ ਵਰਕਸ਼ਾਪਸ ਬੱਚਿਆਂ ਦੇ ਲਾਈਆਂ ਤੇ 8 ਮੈਂ ਨਾਟਕ ਲਿਖੇ ਆ। 3 ਨਾਟਕ ਮੇਰੇ ਪਬਲਿਸ਼ ਹੋਏ ਆ ਜੀ। ਇੱਕ ਤਾਂ এনवायरमेंट ਦੇ ਉੱਪਰ ਹੈ, ਇੱਕ ਬਾਲ ਮਜ਼ਦੂਰੀ ਦੇ ਉੱਪਰ ਹੈ, ਇੱਕ ਜਿਹੜੇ ਬੱਚਿਆਂ ਦੀ ਲੋਨਲੀਨੈਸ। ਅੱਜ ਕੱਲ ਕੀ ਹੁੰਦਾ ਹੈ ਕਿ ਪੇਰੈਂਟਸ ਜੌਬ ਤੇ ਚਲੇ ਜਾਂਦੇ ਨੇ ਜੀ ਜੀ, ਹੈ ਨਾ। ਪਹਿਲਾਂ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀ, ਜੁਆਇੰਟ ਫੈਮਿਲੀ ਸਿਸਟਮ ਟੁੱਟਿਆ, ਉਸ ਤੋਂ ਬਾਅਦ ਇਹ ਪ੍ਰੋਬਲਮਸ ਆਈਆਂ। ਪੇਰੈਂਟਸ ਜੌਬ ਤੇ ਚਲੇ ਜਾਂਦੇ ਆ, ਬੱਚਾ 2 ਵਜੇ ਘਰੇ ਆ ਜਾਂਦਾ, 2 ਵਜੇ ਤੋਂ ਲੈ ਕੇ 6 ਵਜੇ ਤੱਕ ਕੀ ਕਰੇ ਬੱਚਾ, ਹੈ ਨਾ। ਕੋਈ ਹੈ ਨਹੀਂ, ਕੋਈ ਰਿਲੇਟਿਵ ਨਹੀਂ ਹੈ। ਅੱਗੇ ਤਾਂ ਦਾਦੀ ਹੁੰਦੀ ਸੀ, ਕਹਾਣੀਆਂ ਸੁਣਾਉਂਦੀ ਸੀ, ਨਾਨੀ ਮਾਂ ਦੀਆਂ ਕਹਾਣੀਆਂ ਸੁਣਦੇ ਸੀ ਬੱਚੇ। ਮੈਂ ਉੱਥੇ ਹੀ ਆਉਣਾ ਚਾਹੁੰਦਾ ਸੀਗਾ ਕਿ ਜਦੋਂ ਤੁਸੀਂ ਸਟਾਰਟ ਕੀਤਾ, ਇੰਨਾ ਲੰਮਾ ਸਮਾਂ ਤੁਸੀਂ ਥੀਏਟਰ ਦੇ ਨਾਲ ਜੁੜੇ ਰਹੇ, ਤੇ ਉਦੋਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਥੀਏਟਰ 'ਚ ਕੀ ਫਰਕ ਆਇਆ? ਫਰਕ ਆਇਆ ਹੈ ਨਾ, ਇਹ ਵੀ ਆਪਾਂ ਜਾਣਨਾ ਹੈ। ਪਰ ਮੈਂ ਤੁਹਾਨੂੰ ਹੁਣ ਰੋਕ ਰਹੀ ਹਾਂ, ਪੁੱਛੋ ਕਿਉਂ ਜੀ? ਆਪਣੇ ਮਹਿਮਾਨ ਆਇਆ ਹੈ ਪ੍ਰੋਗਰਾਮ ਗੱਲਾਂ ਤੇ ਗੀਤ, ਉਹਨਾਂ ਨੂੰ ਗੀਤਾਂ ਸੁਣਾ ਦਈਏ। ਬਿਲਕੁਲ ਆਓ ਵੇਖਦੇ ਇੱਕ ਗੀਤ। ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ, ਊਣੀਆਂ ਦੀ ਥਾਵੇਂ ਨਿੱਤ ਦਿਲਾਂ ਨੂੰ ਫਰੋਲਣਾ। ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ, ਊਣੀਆਂ ਦੀ ਥਾਵੇਂ ਨਿੱਤ ਦਿਲਾਂ ਨੂੰ ਫਰੋਲਣਾ। ਊਣੀਆਂ ਮੁਕਾਈ ਜਾਵੇਂ, ਚਰਖਾ ਚਲਾਈ ਜਾਵੇਂ, ਚਰਖਾ ਚਲਾਈ ਜਾਵੇਂ, ਊਣੀਆਂ ਮੁਕਾਈ ਜਾਵੇਂ। ਅਕਲੇ ਤੇ ਆਸ਼ਕਾਂ ਦੇ ਦਿਲਾਂ ਨੂੰ ਚੜਾਈ ਜਾਵੇਂ, ਅਕਲੇ ਤੇ ਆਸ਼ਕਾਂ ਦੇ ਦਿਲਾਂ ਨੂੰ ਚੜਾਈ ਜਾਵੇਂ। ਇੰਜਰੇ ਤੂੰ ਕਰਿਆ ਕਰਨੀ, ਤੇਰਾ ਚਰਖਾ ਟੁੱਟੇ, ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ। ਤੇਰਾ ਚਰਖਾ ਟੁੱਟੇ, ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ। ਹਾਂ ਤੇਰਾ ਚਰਖਾ ਟੁੱਟੇ। ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ। ਹੋਏ ਤੇਰਾ ਚਰਖਾ ਟੁੱਟੇ। ਵੇਖੀਆਂ ਨਾ ਅਸੀਂ ਕਦੇ ਐਸੀਆਂ ਤਰਿੰਜਣਾ, ਜਿੱਥੇ ਕੋਈ ਦਿਲ ਰੂਹ ਵਾਂਗੂ ਪਿੰਜਣਾ। ਵੇਖੀਆਂ ਨਾ ਅਸੀਂ ਕਦੇ ਐਸੀਆਂ ਤਰਿੰਜਣਾ, ਵੇਖੀਆਂ ਨਾ ਅਸੀਂ ਕਦੇ ਐਸੀਆਂ ਤਰਿੰਜਣਾ। ਦੱਸ ਜਿੱਥੇ ਕੋਈ ਦਿਲ ਰੂਹ ਵਾਂਗੂ ਪਿੰਜਣਾ, ਰੂਹ ਵਾਂਗੂ ਪਿੰਜਣਾ। ਇਸ਼ਕ ਦੇ ਦੱਸਦੇ, ਇਸ਼ਕ ਦੇ ਦੱਸਦੇ
ਰੱਬ ਨੀ ਤੇਰਾ ਚਰਖਾ ਟੁੱਟੇ ਆਸ਼ਿਕਾਂ ਦੀ ਸੁਣ ਲੈ ਜੇ ਰੱਬ ਨੀ ਤੇਰਾ ਚਰਖਾ ਟੁੱਟੇ ਆਸ਼ਿਕਾਂ ਦੀ ਸੁਣ ਲੈ ਜੇ ਰੱਬ ਨੀ ਆਏ ਤੇਰਾ ਚਰਖਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸਾਡੇ ਅੱਜ ਦੇ ਮਹਿਮਾਨ ਜਸ਼ਪਾਲ ਜੀ ਜੋ ਕਿ ਨਾਟਕਕਾਰ ਨੇ, ਨਿਰਦੇਸ਼ਕ ਨੇ, ਤੇ ਸਾਡਾ ਵਿਸ਼ਾ ਹੈ ਬੱਚਿਆਂ ਦੇ ਲਈ ਰੰਗਮੰਚ। ਤੇ ਮਲਕੀਤ ਦਾ ਸਵਾਲ ਇੱਕ ਰਹਿ ਗਿਆ ਸੀਗਾ ਜੀ, ਮੈਂ ਪੁੱਛ ਰਿਹਾ ਸੀਗਾ ਕਿ ਪੁਰਾਣੇ ਸਮੇਂ ਦੇ ਵਿੱਚ, ਕਿਉਂਕਿ ਇਹਨਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਉਹ ਥੀਏਟਰ ਦੇ ਨਾਲ ਬਿਤਾਇਆ ਆ, ਤੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਦਾ ਕੀ ਥੀਏਟਰ ਦੀ ਸਥਿਤੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਹੈ? ਦੇਖੋ, ਪਹਿਲਾਂ ਉਸ ਟਾਈਮ ਤੇ ਡੈਡੀਕੇਸ਼ਨ ਹੁੰਦੀ ਸੀਗੀ, ਥੀਏਟਰ ਦਾ ਕ੍ਰੇਜ਼ ਕਾਫੀ ਸੀ, ਲੇਕਿਨ ਇੱਕ ਜਿਹੜਾ ਮਾਈਨਸ ਪੁਆਇੰਟ ਸੀਗਾ, ਜਦੋਂ ਅਸੀਂ ਪਾਸ ਆਊਟ ਕੀਤਾ ਉਦੋਂ ਕੋਈ ਵੀ ਜਿਵੇਂ ਯੂਥ ਫੈਸਟੀਵਲ ਹੈ ਜੀ, ਕੋਈ ਪੇ ਨਹੀਂ ਕਰਦਾ ਸੀ, ਕਾਲਜਿਸ ਵਾਲੇ ਆਪਣੇ ਆਪ ਹੀ ਨਾਟਕ ਵਗੈਰਾ ਤਿਆਰ ਕਰ ਲੈਂਦੇ ਸੀ। ਠੀਕ ਹੈ, ਤੇ ਬਹੁਤ ਔਖਾ ਹੁੰਦਾ ਸੀ ਸਰਵਾਈਵ ਕਰਨਾ, ਖਾਸ ਕਰ ਥੀਏਟਰ ਡਿਪਾਰਟਮੈਂਟ ਚੋਂ ਬਾਹਰ ਨਿਕਲ ਕੇ ਸਰਵਾਈਵ ਕਰਨਾ। ਅੱਜ ਦੀ ਡੇਟ 'ਚ ਉਹ ਦਿੱਕਤ ਨਹੀਂ ਹੈਗੀ, ਲੱਖਾਂ ਰੁਪਏ ਦਿੰਦੇ ਨੇ, ਕਨਵੈਂਟ ਸਕੂਲਾਂ ਦੇ ਵਿੱਚ ਸਕੋਪ ਹੈਗਾ, ਯੂਥ ਫੈਸਟੀਵਲ ਦੇ ਵਿੱਚ ਸਕੋਪ ਹੈ ਜੀ। ਉਹ ਸਰਕਾਰੀ ਜਿਹੜੇ ਆਪਣਾ ਲਾਗੂ ਕਰਦੇ ਆ ਪਾਲਿਸੀਆਂ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਜਿਵੇਂ ਨਸ਼ਿਆਂ ਦੇ ਉੱਪਰ ਪਲੇ ਹੈ, ਕੋਈ এনवायरमेंट ਦੇ ਉੱਪਰ ਪ੍ਰੇ ਕਰਵਾਉਣਾ ਹੈ, ਉੱਥੋਂ ਵੀ ਕੰਟੈਕਟਸ ਮਿਲ ਜਾਂਦੇ ਨੇ ਜੀ। ਤੋ ਕਾਫੀ ਚੇਂਜ ਆਈ ਹੈ, ਲੇਕਿਨ ਜਿਹੜਾ ਇੱਕ ਪਲੱਸ ਪੁਆਇੰਟ ਸੀਗਾ ਉਸ ਟਾਈਮ ਡੈਡੀਕੇਸ਼ਨ ਸੀ। ਅੱਜ ਕੱਲ੍ਹ ਡੈਡੀਕੇਸ਼ਨ ਦੀ ਕਮੀ ਹੈ। ਆਂਦਾ 5-4 ਪਲੇ ਕਰਦੇ ਆ, ਅੱਕ ਜਾਂਦੇ ਆ, ਥੱਕ ਜਾਂਦੇ ਆ, ਕਬੀਲਦਾਰੀਆਂ ਚੁਲਝ ਜਾਂਦੇ ਆ ਲੋਕ। ਪਹਿਲਾਂ ਕਿਉਂਕਿ ਇੰਨੀ ਜ਼ਿਆਦਾ ਮਸਰੂਫੀਅਤ ਨਹੀਂ ਹੁੰਦੀ ਸੀ, ਪਹਿਲਾਂ ਇੰਨੇ ਜ਼ਿਆਦਾ ਮਨੀ ਮਾਈਂਡਡ ਨਹੀਂ ਸੀ ਲੋਕ, ਜੀ ਜੀ ਜੀ, ਹੈ ਨਾ। ਤੋ ਲੱਗੇ ਰਹਿੰਦੇ ਸੀ, ਕੁਛ ਨਾ ਕੁਛ ਸ਼ੌਕ ਸੀ, ਕਿਸੇ ਨੂੰ ਪੜ੍ਹਨ ਦਾ ਸ਼ੌਕ ਸੀ, ਕਿਸੇ ਨੂੰ ਲਿਖਣ ਦਾ ਸ਼ੌਕ ਸੀ, ਕਿਸੇ ਨੂੰ ਗੀਤ ਸੁਣਨ ਦਾ ਸ਼ੌਕ ਸੀਗਾ, ਜੀ ਜੀ ਜੀ, ਬੁੱਕਸ ਪੜ੍ਹਨ ਦਾ ਸ਼ੌਕ ਸੀ। ਸਾਰੇ ਸ਼ੌਕ ਖਤਮ ਹੋ ਗਏ। ਅੱਜ ਕੱਲ੍ਹ ਚੰਗੇ ਜਿਹੜੇ ਪ੍ਰੋਫੈਸਰਸ ਹੈ ਉਹਨਾਂ ਦੇ ਘਰੇ ਤੁਸੀਂ ਲਾਇਬ੍ਰੇਰੀ ਦੇਖੋਗੇ ਜੀ, ਜਿੱਥੋਂ ਸਭ ਤੋਂ ਬੜਾ ਜਿਹੜੀ ਘਾਟ ਮਹਿਸੂਸ ਕਰਦੇ ਆ ਲਿਟਰੇਚਰ ਦੀ। ਅੱਜ ਕੱਲ੍ਹ ਦੇ ਬੱਚਿਆਂ ਨੂੰ ਮਤਲਬ ਮੁਹੱਈਆ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਮੁਨਸ਼ੀ ਪ੍ਰੇਮ ਚੰਦ ਜੀ ਬਾਰੇ, ਟੈਗੋਰ ਸਾਹਿਬ ਬਾਰੇ ਪਤਾ ਹੀ ਨਹੀਂ। ਜਿਹੜੀਆਂ ਕਹਾਣੀਆਂ, ਜਿਹੜਾ ਸਾਹਿਤ ਸੇਧ ਦਿੰਦਾ ਸੀ ਬੱਚਿਆਂ ਨੂੰ, ਉਹ ਸਾਨੂੰ ਨਹੀਂ ਮਿਲਦਾ। ਉੱਥੋਂ ਹੀ ਸਾਰੀ ਪ੍ਰੋਬਲਮ ਜੀ। ਇਹ ਡੈਡੀਕੇਸ਼ਨ ਦੀ ਜਿਹੜੀ ਕਮੀ ਹੈ, ਗੱਲ ਹੋਈ ਹੈ, ਇਹ ਕਿਤੇ ਪੈਸੇ ਕਰਕੇ ਤਾਂ ਨਹੀਂ ਆਈ? ਇੱਕ ਦਿਮਾਗ 'ਚ ਗੱਲ ਤਾਂ ਨਹੀਂ ਬੈਠ ਗਈ ਕਿ ਥੀਏਟਰ ਦੀ ਲਾਈਨ ਦੇ ਵਿੱਚ ਉਨੀ ਕਮਾਈ ਨਹੀਂ ਹੈ ਜਿੰਨੀ ਅੱਜ ਦੀ ਸਾਡੀ ਜ਼ਰੂਰਤ ਬਣ ਗਈ ਹੈ? ਦੇਖੋ, ਥੀਏਟਰ ਬਿਜ਼ਨਸ ਨਹੀਂ ਹੈ, ਥੀਏਟਰ ਇੱਕ ਸਾਧਨ ਹੈ ਜੀ, ਕਲਾ ਹੈ। ਔਰ ਬਹੁਤ ਰੇਅਰ ਹੁੰਦੇ ਆ ਜਿਹੜੇ ਫਿਰ ਇਸ ਫੀਲਡ ਨੂੰ ਚੂਜ਼ ਕਰਦੇ ਆ ਜੀ, ਹੈ ਨਾ। ਸਾਨੂੰ ਪਤਾ ਅਸੀਂ ਇੰਨੇ ਸਾਲ ਹਜ਼ਾਰਾਂ ਸ਼ੋਅ ਕਿਵੇਂ ਕੀਤੇ ਨੇ, ਕੋਈ ਸਹੂਲਤ ਨਹੀਂ ਹੁੰਦੀ, ਕੋਈ ਸੁੱਖ ਸੁਵਿਧਾ। ਥੀਏਟਰ ਡਿਪਾਰਟਮੈਂਟ 'ਚ ਜਦੋਂ ਹੁੰਦਾ ਸਾਰੀਆਂ ਸੁੱਖ ਸੁਵਿਧਾ ਹੁੰਦੀਆਂ, ਉੱਥੇ ਬਜਟ ਦਿੱਤਾ ਜਾਂਦਾ, ਹਰੇਕ ਚੀਜ਼ ਦਾ ਬਜਟ ਹੁੰਦਾ, ਉੱਥੇ ਲਾਈਟਿੰਗ ਦਾ ਹੁੰਦਾ, ਕਾਸਟਿਊਮ ਦਾ ਹੁੰਦਾ, ਸੈਟ ਡਿਜ਼ਾਈਨਿੰਗ ਦਾ ਬਜਟ ਹੁੰਦਾ ਜੀ ਜੀ, ਵਧੀਆ AC UC ਵੀ ਲੱਗੇ ਹੋਏ। ਅੱਜ ਕੱਲ੍ਹ ਤਾਂ ਉਸ ਟਾਈਮ AC ਨਹੀਂ ਹੁੰਦੇ ਸੀ, ਲੇਕਿਨ ਉਹ ਇੱਕ ਚੀਜ਼ ਨਹੀਂ ਸਿਖਾਉਂਦੇ ਕਿ ਇੱਥੋਂ ਬਾਹਰ ਨਿਕਲ ਕੇ ਜਦੋਂ ਥੀਏਟਰ ਕਰਨਾ ਹੈ, ਪਿੰਡਾਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ ਜਾਂ ਕਸਬਿਆਂ 'ਚ ਜਾ ਕੇ ਲਿਮਟਿਡ ਸੋਰਸਿਸ ਦੇ ਨਾਲ ਥੀਏਟਰ ਕਰਨਾ, ਉਹ ਕਿਵੇਂ ਕੀਤਾ ਜਾਵੇ ਜੀ। ਆਹ ਬਹੁਤ ਬੜੀ ਦਿੱਕਤ ਆਉਂਦੀ ਹੈ। ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਸ ਖੇਤਰ ਦੇ ਵਿੱਚ ਆਉਣ ਲਈ ਕਿਹੜੀਆਂ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ? ਇਸ ਖੇਤਰ 'ਚ ਆਉਣ ਲਈ ਹੀ ਹੈ ਕਿ ਇੱਕ ਤਾਂ ਦੇਖੋ ਡੈਡੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜੀ, ਗੱਲ ਮੈਂ ਪਹਿਲਾਂ ਕੀਤੀ ਹੈ ਨਾ। ਜੋ ਤੁਹਾਨੂੰ ਕੰਮ ਦਿੱਤਾ ਗਿਆ, ਜੇ ਕਿਸੇ ਨੇ ਇਸ ਫੀਲਡ ਦੇ ਵਿੱਚ ਅੱਗੇ ਨਿਕਲਣਾ ਹੈ, ਹੋਮਵਰਕ ਜ਼ਰੂਰੀ ਹੈ। ਬੜੇ ਜਿਹੜੇ ਆਰਟਿਸਟ ਨੇ, ਅਮਿਤਾਭ ਬੱਚਨ ਸਾਹਿਬ ਵਰਗੇ, ਪੂਰੇ 2-2 ਪੇਜ ਦੀ ਸਪੀਚ ਦਿੱਤੀ ਜਾਂਦੀ, ਅੱਜ ਵੀ ਉਹ ਜਾ ਕੇ ਹੋਮਵਰਕ ਕਰਦੇ ਨੇ, ਪੰਕਚੁਅਲ ਨੇ ਜੀ, ਹੈ ਨਾ, ਜਿਹੜੀ ਸਭ ਤੋਂ ਮੇਨ ਗੱਲ। ਹਾਂ, ਪੰਕਚੁਅਲ ਨੇ, ਟਾਈਮ ਤੇ ਆਉਂਦੇ ਆ ਔਰ ਕੋਆਪਰੇਟ ਕਰਦੇ ਆ ਦੂਸਰੇ ਆਰਟਿਸਟਾਂ ਨਾਲ, ਹੈਂਗਓਵਰ ਨਹੀਂ ਰੱਖਦੇ ਕਿ ਮੈਂ ਬਹੁਤ ਕੁਝ ਸਿੱਖ ਲਿਆ। ਔਰ ਕਿਉਂਕਿ 5-4 ਇੱਕ ਨਾਟਕ ਦੇ ਜੇ 5-4 ਸ਼ੋਜ਼ ਹੋ ਜਾਂਦੇ ਆ, ਬੋਰ ਹੋ ਜਾਂਦਾ ਆਰਟਿਸਟ, ਕਹਿੰਦਾ ਮੈਂ ਤਾਂ ਕੀਤਾ ਹੋਇਆ ਜੀ ਪਹਿਲਾਂ। ਇੱਕ ਹੈਂਗਓਵਰ ਹੁੰਦਾ, ਫਿਰ ਉਹ ਰੈਸਲਾ ਨਹੀਂ ਕਰਦਾ। ਜਦ ਕਿ ਜੇ ਜਿਹੜਾ ਇੱਕ ਪਲੇ ਸੀਗਾ ਤੁਗਲਕ, ਮਨੋਹਰ ਸਿੰਘ ਜੀ ਨੇ ਉਹਨਾਂ ਦਾ ਰੋਲ ਕੀਤਾ ਸੀ NSD 'ਚ, ਤਾਂ ਉਹਨਾਂ ਨੇ ਜਦੋਂ 100ਵਾਂ ਸ਼ੋਅ ਕੀਤਾ, ਪਹਿਲੇ 99 ਸ਼ੋਅ ਨਾਲ ਜ਼ਿਆਦਾ ਉਹਨਾਂ ਨੇ ਮਿਹਨਤ ਕੀਤੀ ਕਿ ਉਦੋਂ ਉੱਪਰ ਜਾਣਾ ਚਾਹੀਦਾ, ਹੈ ਨਾ। ਉਹ ਡੈਡੀਕੇਸ਼ਨ ਦੀ ਕਮੀ ਹੈ। ਜਦੋਂ ਆਪਾਂ ਬੱਚਿਆਂ ਦੇ ਰੰਗਮੰਚ ਦੀ ਗੱਲ ਕਰਦੇ ਆ ਨਾ, ਇੱਕ ਆਉਂਦਾ ਹੈ ਕਿ ਬੱਚੇ ਕਿਹੋ ਜਿਹੇ ਰੋਲ ਕਰਨਾ ਪਸੰਦ ਕਰਦੇ ਨੇ। ਇਹ ਕਿਸੇ ਵੀ ਬੱਚੇ ਨੂੰ ਪੁੱਛੋ ਤਾਂ ਇਹੀ ਹੋਊਗਾ, ਮੇਰੇ ਸੋਹਣੀ ਜੀ ਫਰੋਕ ਪਾਉਂਗੇ, ਹੈ ਨਾ, ਮੈਨੂੰ ਸੋਹਣੇ ਜਿਹੇ ਕੱਪੜੇ ਲੈ ਕੇ ਦਊਂਗੇ ਜੇ ਮੈਂ ਨਾਟਕ 'ਚ ਕੰਮ ਕਰੂੰਗਾ, ਕਿ ਮੈਨੂੰ ਮਿਕੀ ਮਾਊਸ ਬਣਾਉਂਗੇ, ਕਿ ਮੈਨੂੰ ਕੋਈ ਪਰੀ ਬਣਾਉਂਗੇ। ਅਜਿਹੇ ਸਵਾਲ ਆਉਂਦੇ ਨੇ। ਬੱਚਿਆਂ ਦੇ ਕਾਸਟਿਊਮਸ ਦੀ ਸਿਲੈਕਸ਼ਨ ਕਿੱਦਾਂ ਕਰਦੇ ਹੋ, ਕੱਪੜਿਆਂ ਦੀ, ਤੇ ਬੱਚੇ ਕਿੱਦਾਂ ਦੇ ਰੋਲ ਕਰਕੇ ਜ਼ਿਆਦਾ ਖੁਸ਼ ਹੁੰਦੇ ਨੇ? ਮੈਂ ਪਹਿਲਾਂ ਦੱਸਿਆ ਕਿ ਬੱਚਿਆਂ ਦਾ ਥੀਏਟਰ ਬਹੁਤ ਕਲਰਫੁਲ ਹੈ। ਬੱਚਿਆਂ ਨੂੰ
ਟਿਪੀਕਲ ਕਰੈਕਟਰ ਸਭ ਤੋਂ ਜ਼ਿਆਦਾ ਜਿਹੜਾ ਬੱਚਿਆਂ ਨੂੰ ਅੱਛਾ ਲੱਗਦਾ ਬਾਂਦਰ ਦਾ ਕਰੈਕਟਰ ਹੈ ਜੀ ਜੀ ਬਾਂਦਰ ਹੈ ਇੱਕ ਬੰਦਾ ਕਿ ਸਰ ਬਾਂਦਰ ਮੈਂ ਬਣੂੰਗਾ ਅੱਛਾ ਜੀ ਹੈ ਨਾ ਬਾਂਦਰ ਦਾ ਕਰੈਕਟਰ ਦਿਲੋਂ ਹੋ ਵੱਡੇ ਗਿਆ ਨੂੰ ਕਹੋ ਤੂੰ ਬਾਂਦਰ ਬਣ ਕਲਾਊਨ ਦਾ ਹੋ ਗਿਆ ਜਾਦੂਗਰ ਹੋ ਗਿਆ ਹੈ ਨਾ ਤੇ ਹੋਰ ਵੀ ਬਹੁਤ ਸਾਰੇ ਕਰੈਕਟਰ ਹੈ ਪੰਛੀਆਂ ਦੇ ਛੋਟੇ ਛੋਟੇ ਪੰਛੀਆਂ ਦੇ ਖਰਗੋਸ਼ ਦਾ ਕਰੈਕਟਰ ਹੈ ਜਾਂ ਕੋਈ ਆਗੇ ਸ਼ਰਾਰਤ ਜੀ ਕਰਨੀ ਹੈ ਇੱਕ ਅੱਧੀ ਐਂਟਰੀ ਹੈ ਕਿ ਇਹ ਮੈਂ ਕਰੂੰਗਾ ਜੀ 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 ਹੈ ਨਾ ਉਸ ਤਰ੍ਹਾਂ ਦੇ ਕਰੈਕਟਰ ਜਿਹੜੇ ਬੱਚਿਆਂ ਦੇ ਕਾਸਟਿਊਮਸ ਅਸੀਂ ਹਮੇਸ਼ਾ ਹੀ ਕਲਰਫੁਲ ਰੱਖੀਦੇ ਨੇ ਜੀ ਹੈ ਨਾ ਇੰਨੇ ਕਲਰਸ ਸੀਨੀਅਰ ਆਰਟਿਸਟ ਦੇ ਬੜੇ ਪਲੇਅਰ 'ਚ ਨਹੀਂ ਹੁੰਦੇ ਜਿੰਨੇ ਬੱਚਿਆਂ ਦੇ ਉਹਦੇ ਵਿੱਚ ਹੁੰਦੇ ਆ ਜੀ ਬੱਚਿਆਂ ਨੂੰ ਆਪਣੀ ਚੁਆਇਸ ਦੇ ਦਿੰਦੇ ਆ ਵੀ ਤੂੰ ਕੀ ਬਣਨਾ ਚਾਹੁੰਦਾ ਹੈ ਅੱਛਾ ਜੀ ਤੋਤਾ ਬਣਨਾ ਚਾਹੁੰਦਾ ਹੈ ਜਿਹੜਾ ਬੱਚੇ ਨੂੰ ਕਲਰ ਪਸੰਦ ਹੈ ਉਧਰ ਇੰਗਿਤ ਕਰਦਾ ਕਿ ਮੈਂ ਰੋਲ ਕਰੂੰਗਾ ਆਹ ਕਰੈਕਟਰ ਮੈਂ ਕਰੂੰਗਾ ਜੀ ਉਹ ਬੱਚਿਆਂ ਨੂੰ ਦੇ ਦਿੰਦੇ ਆ ਬੱਚਿਆਂ ਨਾਲ ਐਡਜਸਟਮੈਂਟ ਕਰਨੀ ਚਾਹੀਦੀ ਹੈ ਸਾਨੂੰ ਅੱਛਾ ਤੁਸੀਂ ਲਗਾਤਾਰ ਬੱਚਿਆਂ ਦੇ ਨਾਲ ਇੰਟਰੈਕਟ ਦੇ ਵਿੱਚ ਰਹਿੰਦੇ ਹੋ ਉਹਨਾਂ ਦੇ ਨਾਲ ਕੰਟੈਕਟ 'ਚ ਰਹਿੰਦੇ ਹੋ ਉਹਨਾਂ ਦੇ ਪੇਰੈਂਟਸ ਦੇ ਨਾਲ ਵੀ ਤੁਹਾਡਾ ਜਿਹੜਾ ਹੈ ਉਹ ਵਾਹ ਵਾਸਤਾ ਹੁੰਦਾ ਰਹਿੰਦਾ ਹੈ ਪੇਰੈਂਟਸ ਦੇ ਬੱਚਿਆਂ ਨੂੰ ਲੈ ਕੇ ਕੀ ਵਿਚਾਰ ਹੁੰਦੇ ਨੇ ਕਿ ਉਹਨਾਂ ਨੂੰ ਥੀਏਟਰ ਭੇਜਣ ਵਿੱਚ ਉਹ ਖੁਸ਼ ਹੁੰਦੇ ਆ ਜਾਂ ਫਿਰ ਉਹ ਸੋਚਦੇ ਆ ਕਿ ਇਹ ਪੜ੍ਹਾਈ ਦੇ ਨਾਲ ਹੀ ਜੁੜੇ ਰਹਿਣ ਨਹੀਂ ਦੇਖੋ ਪੇਰੈਂਟਸ ਦੀ ਹੁੰਦੀ ਹੈ ਕਿ ਜੋ ਅਸੀਂ ਨਹੀਂ ਕਰ ਸਕੇ ਅੱਜ ਤੱਕ ਬਹੁਤ ਸਾਰੀਆਂ ਮਜਬੂਰੀਆਂ ਕਰਕੇ ਲਾ ਲਓ ਪਹਿਲਾਂ ਜਿਵੇਂ ਕੁੜੀਆਂ ਨੂੰ ਥੀਏਟਰ 'ਚ ਨਹੀਂ ਭੇਜਿਆ ਜਾਂਦਾ ਸੀ ਜੀ 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 ਸਾਨੂੰ ਵੀ ਬਹੁਤ ਘੱਟ ਆਉਂਦੀ ਸੀ ਅੱਜ ਤੋਂ 30 ਸਾਲ ਪਹਿਲਾਂ ਲੜਕੀਆਂ ਨਹੀਂ ਆਉਂਦੀਆਂ ਸੀ ਰਿਕੁਐਸਟ ਕਰਕੇ ਜਾਂ ਕੁਝ ਫੈਮਿਲੀ ਰਿਲੇਸ਼ਨ ਹੈ ਉਹਨਾਂ ਦੀਆਂ ਲੜਕੀਆਂ ਸੀ ਲੈ ਕੇ ਆਉਂਦੇ ਸੀ ਜੀ ਹੌਲੀ ਹੌਲੀ ਲੱਗਿਆ ਉਹਨਾਂ ਨੂੰ ਕਿ ਮਾਹੌਲ ਸਹੀ ਹੈ ਔਰ ਕੁੜੀਆਂ ਨੂੰ ਭੇਜਣਾ ਚਾਹੀਦਾ ਹੈ ਹੌਲੀ ਹੌਲੀ ਚੇਂਜ ਆਈ ਸਮਾਜ ਦੇ ਵਿੱਚ ਬਦਲਾਅ ਆਇਆ ਤੇ ਨਜ਼ਰੀਆ ਚੇਂਜ ਹੋਇਆ ਸਾਰਿਆਂ ਦਾ ਪੇਰੈਂਟਸ ਨੂੰ ਇਹ ਹੁੰਦਾ ਕਿ ਜੋ ਮੈਂ ਨਹੀਂ ਕਰ ਸਕਿਆ ਮੇਰਾ ਬੱਚਾ ਉਹ ਕੰਮ ਕਰ ਸਕੇ ਹੈ ਨਾ ਤੋ ਇਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ ਬੜੀ ਹੌਸਲੇ ਨਾਲ ਲੈ ਕੇ ਆਉਂਦੇ ਆ ਬੜੇ ਉਤਸ਼ਾਹ ਨਾਲ ਲੈ ਕੇ ਆਉਂਦੇ ਆ ਕਿ ਸਾਡਾ ਜਦ ਫਸਟ ਪਰਫਾਰਮੈਂਸ ਹੁੰਦੀ ਹੈ ਪੇਰੈਂਟਸ ਬਹੁਤ ਨਰਵਸ ਹੁੰਦੇ ਆ ਪਿੱਛੇ ਕੰਬ ਰਹੇ ਹੁੰਦੇ ਵੀ ਬੋਲ ਪਾਊਗਾ ਜਾਂ ਨਾ ਨਹੀਂ ਬੋਲ ਪਾਊਗਾ ਪਰ ਬੱਚਾ ਬਹੁਤ ਵਧੀਆ ਪਰਫਾਰਮ ਕਰਕੇ ਜਾਂਦਾ ਬੱਚਿਆਂ ਨੂੰ ਨਾਟਕ 'ਚ ਕੰਮ ਕਰਾਉਣਾ ਜ਼ਿਆਦਾ ਔਖਾ ਹੈ ਜਾਂ ਵੱਡਿਆਂ ਨੂੰ ਚੈਲੰਜਿੰਗ ਕਿਹੜਾ ਹੁੰਦਾ ਚੈਲੰਜਿੰਗ ਤਾਂ ਦੇਖੋ ਬੱਚਿਆਂ ਨੂੰ ਕੰਮ ਕਰਾਉਣਾ ਬਹੁਤ ਆਸਾਨ ਹੈ ਬਹੁਤ ਜ਼ਿਆਦਾ ਆਸਾਨ ਹੈ ਅੱਛਾ ਜੀ ਹਾਂ ਕਿਉਂਕਿ ਜਿਹੜੇ ਬੜੇ ਆਰਟਿਸਟ ਹੁੰਦੇ ਆ ਉਹ ਅੱਕ ਜਾਂਦੇ ਆ ਥੱਕ ਜਾਂਦੇ ਆ ਕਬੀਲਦਾਰਾਂ ਨਾਲ ਚੁਲਝ ਜਾਂਦੇ ਆ ਮਸਰੂਫੀਅਤ ਹੋ ਜਾਂਦੀ ਹੈ ਟੈਨਸ਼ਨਸ ਹੁੰਦੀਆਂ ਕੁਝ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਜੀ ਬੱਚਾ ਹੈ ਜਿਹੜਾ ਆਂਦੀ ਸਟਾਰਟ ਹੋ ਜਾਂਦਾ ਉਹ ਆਂਦੀ ਚਾਰ ਡਾਇਲੌਗ ਦੇ ਅਸੀਂ ਇੱਕ ਸੀਕੁਐਂਸ ਚੱਕਦੇ ਆ ਉਸੇ ਨੂੰ ਬਾਰ-ਬਾਰ ਰਿਪੀਟ ਕਰਦੇ ਆ ਪਹਿਲਾਂ ਦੱਸਿਆ ਕਿ ਹੋਮਵਰਕ ਨਹੀਂ ਦਿੰਦੇ ਤਾਂ ਬੱਚੇ ਦੇ ਉਹ 15-20 ਮਿੰਟ ਅੱਧੇ ਘੰਟੇ 'ਚ ਉਹ ਸਾਰਾ ਯਾਦ ਹੋ ਜਾਂਦਾ ਅੱਛਾ ਜੀ ਫਿਰ ਨੈਕਸਟ ਸੀਨ ਤੇ ਚੱਲਦੇ ਆ ਕਿਉਂਕਿ ਬੱਚਿਆਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਬੱਚੇ ਆਪਣੇ ਆਪ ਵੀ ਕੁਛ ਨਾ ਕੁਛ ਕਰ ਜਾਂਦੇ ਆ ਇੰਪਰੋਵਾਈਜ਼ ਕਰ ਜਾਂਦੇ ਆ ਜੇ ਭੁੱਲਦੇ ਕੁਛ ਨਾ ਕੁਛ ਕਰ ਜਾਂਦੇ ਆ ਬੱਚੇ ਇਸ ਕਰਕੇ ਬੱਚਿਆਂ ਨੂੰ ਕੰਮ ਕਰਾਉਣਾ ਜ਼ਿਆਦਾ ਆਸਾਨ ਹੈ ਔਰ ਅੱਛਾ ਲੱਗਦਾ ਹੈ ਫਿਰ ਪਲੱਸ ਹੈ ਕਿ ਜਿਹੜੇ ਬੜੇ ਆਰਟਿਸਟ ਨੇ ਉਹ ਟਾਈਮ ਤੇ ਨਹੀਂ ਆਉਂਦੇ ਪੰਕਚੁਅਲ ਨਹੀਂ ਹੁੰਦੇ ਹੈ ਨਾ ਬੱਚੇ ਟਾਈਮ ਤੇ ਆ ਜਾਂਦੇ ਆ ਇਨ ਟਾਈਮ ਆਉਂਦੇ ਆ ਇਨ ਟਾਈਮ ਚਲੇ ਜਾਂਦੇ ਆ 10 ਮਿੰਟ ਖੇਡਣ ਲਈ ਵੀ ਦੇ ਦਿੰਦੇ ਆ ਸਾਰੇ ਕਿਉਂਕਿ ਬੱਚਿਆਂ ਨੂੰ ਚਾਹ ਜਿਹਾ ਹੁੰਦਾ ਕਿ ਮੈਂ ਹੁਣ ਜਾਣਾ ਹੈ ਹਾਂ ਯੈਸ ਪਰਫਾਰਮ ਕਰਨਾ ਹੈ ਔਰ ਬੱਚਾ ਫਿਰ ਅਗਲੇ ਦਿਨ ਸਕੂਲ ਜਾ ਕੇ ਦੱਸਦਾ ਕਿ ਮੈਂ ਥੀਏਟਰ ਕਰ ਰਹਾ ਹੂੰ ਵਹਾਂ ਵਿੰਟਰ ਕੈਂਪ ਲਾਇਆ ਸਮਰ ਕੈਂਪ ਚੱਲ ਰਿਹਾ ਹੈ ਮੇਰੀ ਫੋਟੋ ਉਹ ਅਖਬਾਰ 'ਚ ਬਹੁਤ ਸਾਰੀਆਂ ਗੱਲਾਂ ਬੱਚੇ ਕਰਦੇ ਰਹਿੰਦੇ ਆ ਆਮ ਤੌਰ ਤੇ ਦਿਮਾਗ 'ਚ ਇਹ ਆਉਂਦਾ ਮਲਕੀਤ ਕਿ ਜਿੱਦਾਂ ਵੱਡਿਆਂ ਨੂੰ ਜਦੋਂ ਆਪਾਂ ਥੀਏਟਰ ਕਰਾਉਂਦੇ ਆ ਨਾ ਖਰੇ ਉਹਨਾਂ ਨੂੰ ਸੌਖਾ ਹੁੰਦਾ ਆ ਕਿਉਂਕਿ ਉਹਨਾਂ ਨੇ ਸਾਰਾ ਕੁਝ ਸਾਂਭ ਲੈਣਾ ਬੱਚੇ ਨੂੰ ਸੰਭਾਲਣਾ ਵੀ ਪੈਣਾ ਬੱਚੇ ਦਾ ਪਤਾ ਨਹੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਦੋਂ ਮੂੰਹ ਬਦਲ ਜਾਣਾ ਕਿ ਨਹੀਂ ਹੁਣ ਨਹੀਂ ਮੈਂ ਆ ਨਹੀਂ ਪਾਉਣਾ ਮੈਂ ਆ ਨਹੀਂ ਕਰਨਾ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਉਸ ਤੋਂ ਇਦਾਂ ਲੱਗ ਰਿਹਾ ਕਿ ਹਾਂ ਬੱਚਿਆਂ ਨੂੰ ਤਾਂ ਸੱਚੀ ਸੌਖਾ ਹੈ ਚਾਹ ਚ ਹੀ ਕਰ ਜਾਂਦੇ ਆ ਬੱਚੇ ਖੇਡ 'ਚ ਹੀ ਕਰ ਜਾਂਦੇ ਆ ਸਾਡੇ ਤੇ ਕਿਉਂਕਿ ਹਰੇਕ ਬੱਚੇ ਟੈਲੈਂਟ ਹੁੰਦਾ ਸਾਡੇ ਤੇ ਡਿਪੈਂਡ ਕਰਦਾ ਅਸੀਂ ਕਿੰਨਾ ਟੈਲੈਂਟ ਬਾਹਰ ਕਢਵਾ ਸਕਦੇ ਆ ਤੇ ਬੱਚੇ ਫਿਰ ਇਸ ਦੇ ਨਾਲ ਥੀਏਟਰ ਦੇ ਨਾਲ ਆਪਣੀ ਪੜ੍ਹਾਈ ਕਿਵੇਂ ਜਾਰੀ ਰੱਖਦੇ ਆ ਪੜ੍ਹਾਈ ਦਾ ਦੇਖੋ ਥੀਏਟਰ ਦਾ ਫਾਇਦਾ ਹੁੰਦਾ ਹੈ ਬਹੁਤ ਸਾਰੇ ਜਿਹੜੇ ਪੇਰੈਂਟਸ ਸੀ ਬੱਚੇ ਨੂੰ ਲੈ ਕੇ ਉਦੋਂ ਲੈ ਕੇ ਜਾਂ 3 ਸਾਲ ਦਾ ਸੀ ਸਾਡੇ ਕੋਲ ਹੁਣ ਉਹ 15 16 ਸਾਲ ਦੇ ਬੱਚੇ ਹੁਣ ਵੀ ਕੰਮ ਕਰ ਰਹੇ ਨੇ ਇੰਟੈਲੀਜੈਂਟ ਉਹ ਕਹਿੰਦੇ ਸਾਨੂੰ ਕਿ ਬੱਚਾ ਰਿਲੈਕਸ ਹੋ ਜਾਂਦਾ ਹੈ ਬਲਕਿ ਜ਼ਿਆਦਾ ਅੱਛੀ ਉਹਦਾ ਰਿਜ਼ਲਟਸ ਆ ਰਹੇ ਹੈ ਕਹਿੰਦੇ ਕਈ ਸਾਲ ਤੋਂ ਜੀ ਹੈ ਨਾ ਬੱਚਾ ਸਕੂਲ ਤੋਂ ਆਉਂਦਾ ਟਿਊਸ਼ਨਸ ਹੁੰਦੀਆਂ ਟਿਊਸ਼ਨਸ ਤੋਂ ਬਾਅਦ ਸਿੱਧਾ ਸਾਡੇ ਕੋਲ ਲੈ ਆਉਂਦੇ ਆ ਔਰ ਐਗਜ਼ਾਮ ਦੇ ਵਿੱਚ ਦੌਰਾਨ ਵੀ ਲੈ ਕੇ ਆਉਂਦੇ ਆ ਕਈ ਵਾਰ ਚੱਲਦੇ ਐਗਜ਼ਾਮ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਸਾਨੂੰ ਐਡਜਸਟ ਕਰਾਂਗੇ ਉਹ ਸਾਰੇ ਬੱਚੇ ਸਾਡੇ ਟੌਪਰ ਨੇ ਅੱਜ ਦੀ ਡੇਟ ਅੱਛਾ ਕੀ ਬਾਤ ਸਕੂਲ ਦੇ ਵਿੱਚ ਵੀ ਟੌਪਰ ਨੇ ਜੀ ਐਕਟੀਵਿਟੀਜ਼ ਦੇ ਵਿੱਚ ਚਾਹੇ ਡਾਂਸ ਹੈ ਚਾਹੇ ਡਰਾਮਾ ਹੈ ਚਾਹੇ 뮤직 ਹੈ ਜੀ ਇਹਦੇ ਵਿੱਚ ਵੀ ਨਾਮ ਖੱਟਿਆ ਮਤਲਬ ਮਿਹਨਤ ਕਰਕੇ ਜਿਹੜਾ ਦਿਮਾਗ ਹੈ ਉਹ ਤੇਜ਼ ਹੋ ਜਾਂਦਾ ਹੈ ਤੇਜ਼ ਹੁੰਦਾ ਫਰੈਸ਼ ਹੁੰਦਾ ਬੱਚਾ ਇਵਨ ਜਿਹੜੇ ਬੜੇ ਆਰਟਿਸਟ ਹੈਗੇ ਉਹ ਆਉਂਦੇ ਆ ਬਹੁਤ ਜ਼ਿਆਦਾ ਟੈਨਸ਼ਨ 'ਚ ਹੁੰਦਾ ਹੈ ਕਿ ਸਾਡੀ ਦਫ਼ਤਰ ਦੀ ਟੈਨਸ਼ਨ ਹੈ ਕੋਈ ਇਹ ਹੈ ਉਹ ਹੈ ਉਹ ਜਦ ਨਾਟਕ ਕਰਕੇ ਆਏ ਕਹਿੰਦੇ ਅਸੀਂ ਜੀ ਬਿਲਕੁਲ ਫਰੈਸ਼ ਕਰਤਾ ਸਾਨੂੰ ਜੀ ਦੀਨ ਦੁਨੀਆ ਤੋਂ ਭੁੱਲ ਜਾਂਦਾ ਸਾਰਾ ਔਰ
ਖਿਆਲਾਂ ਦੀ ਦੁਨੀਆ 'ਚ ਪਹੁੰਚ ਜਾਂਦਾ ਹੈ, ਕੋਈ ਰਾਜਾ ਬਣਨ ਦਾ ਮੌਕਾ ਮਿਲਦਾ ਹੈ, ਕੋਈ ਗਰੀਬ ਗੁਰਬਾ ਹੁੰਦਾ ਸਾਡੇ ਵਰਗਾ ਰਾਜਾ ਬਣਨ ਦਾ ਮੌਕਾ, ਖਿਆਲਾਂ 'ਚ ਹੀ ਬੰਦਾ ਜ਼ਿੰਦਗੀ ਜਿੰਦਾ ਹੈ। ਕਿਉਂਕਿ ਅੱਜ ਕੱਲ੍ਹ ਲੋਕ ਢੋ ਰਹੇ ਨੇ ਜ਼ਿੰਦਗੀ, ਬਿਲਕੁਲ ਹੈ ਨਾ, ਜੀ ਨਹੀਂ ਰਹੇ, ਰਸ ਨਹੀਂ ਲੈ ਰਹੇ ਜ਼ਿੰਦਗੀ ਦਾ। ਉਹ ਰਸ ਫਿਰ ਕਲਾ ਹੀ ਦਿੰਦੀ ਹੈ, ਸੰਗੀਤ ਦਿੰਦਾ ਹੈ, ਤੁਹਾਡਾ ਪ੍ਰੋਗਰਾਮ ਦਿੰਦਾ ਹੈ, ਗੱਲਾਂ ਤੇ ਗੀਤ ਜਿਹੜਾ ਤੁਹਾਡੇ ਆਪਣੇ ਆਪ 'ਚ ਥੀਏਟਰੀਕਲ ਨਾਮ ਹੈ। ਦੇਖੋ ਗੱਲਾਂ, ਗੀਤ, ਲੋਕ ਉਕਤੀਆਂ, ਮੁਹਾਵਰੇ, ਇਹਨਾਂ ਦੇ ਵਿੱਚ ਵੀ ਥੀਏਟਰ ਪਣ ਪਿਆ ਜੀ। ਬਿਲਕੁਲ, ਜਦੋਂ ਥੀਏਟਰ ਦੀ ਗੱਲ ਆਉਂਦੀ ਹੈ ਤਾਂ ਦਿਮਾਗ 'ਚ ਆਉਂਦਾ ਹੈ ਕਿ 1-2 ਪਲੇ ਕਰ ਲਏ, ਹੁਣ ਚਲੋ ਹਿੰਦੀ ਫਿਲਮਾਂ ਵੱਲ, ਟਿਕਟ ਟੂ ਬਾਲੀਵੁੱਡ, ਕਿ 1-2 ਪਲੇ ਕਰ ਲੈਣਾ ਔਰ ਫਿਲਮਾਂ ਦੇ ਵਿੱਚ ਆਪਣੇ ਆਪ ਲਈ ਜਗ੍ਹਾ ਪਾ ਲੈਣੀ, ਜਾਂ ਤਾਂ ਥੀਏਟਰ ਵੀ ਆਪਣੇ ਆਪ 'ਚ ਐਡਾ ਵਿਸ਼ਾਲ ਹੈ ਕਿ ਫਿਲਮਾਂ ਹੀ ਥੋੜੀ ਇਸ ਦਾ ਅੰਤ ਨੇ? ਕੀ ਕਹੋਗੇ? ਦੇਖੋ, ਜਦੋਂ ਬੰਦਾ ਕਾਮਯਾਬ ਹੁੰਦਾ ਹੈ, ਲੋਕਾਂ ਨੂੰ ਲੱਗਦਾ ਕਿ ਓਵਰਨਾਈਟ ਹੀ ਹਿੱਟ ਹੋ ਗਿਆ ਬੰਦਾ ਜੀ। ਜਿਹੜੀ ਉਹਦੀ ਮਿਹਨਤ ਹੈ ਪਿੱਛੇ, ਓਮਪੁਰੀ ਸਾਹਿਬ ਦੀ ਜਿਵੇਂ 20 ਸਾਲ ਲੱਗ ਗਏ, ਅਮਰੀਸ਼ ਪੁਰੀ ਜੀ ਨੇ ਥੀਏਟਰ ਕੀਤਾ, ਹੈ ਨਾ, 20 ਸਾਲ ਜਾ ਕੇ ਆਪਣੀ ਪੰਜਾਬੀ ਹਿੰਦੀ ਜਿਹੜਾ ਟੱਚ ਆਉਂਦਾ ਸੀ, ਪੰਜਾਬੀ ਐਕਸੈਂਟ ਆਉਂਦਾ ਸੀ, ਉਹ ਖਤਮ ਕੀਤਾ, ਹੈ ਨਾ, ਲੱਗੇ ਰਹੇ। ਉਹ ਚੀਜ਼ ਨਹੀਂ ਦੇਖਦੇ ਲੋਕ। ਅੱਜ ਕੱਲ੍ਹ ਆਉਂਦੇ ਆ ਕਿ 2-4 ਨਾਟਕ ਕੀਤੇ, ਬਸ ਮੈਂ ਸਟਾਰ ਹਾਂ, ਗੱਡੀ ਫੜੀ ਸਿੱਧੇ ਬੰਬੇ ਪਹੁੰਚ ਗਏ ਜੀ। ਉੱਥੇ ਫਿਰ 2-4 ਸਾਲ 'ਚ ਹੀ ਵਾਪਿਸ ਆ ਜਾਂਦੇ, ਫਿਰ ਉਹਨਾਂ ਨੂੰ ਥੀਏਟਰ ਯਾਦ ਆਉਂਦਾ ਹੈ। ਅੱਛਾ, ਹੈ ਨਾ, ਉਹ ਹੈਂਗਓਵਰ ਖਤਮ ਹੋ ਜਾਂਦਾ ਫਿਰ ਜਾ ਕੇ। ਜਿੰਨਾ ਤੁਸੀਂ ਕੰਮ ਸਿੱਖਿਆ ਬੋਲਦਾ ਹੈ। ਹਾਂ, ਸਮਾਜ ਦੀ ਗੱਲ ਕਰੀਏ ਕਿ ਸਮਾਜ ਦੇ ਸਾਡੇ ਵਿੱਚ, ਸਮਾਜ ਦੇ ਵਿੱਚ ਬਹੁਤ ਬੁਰਾਈਆਂ ਵੀ ਆ, ਚੰਗੀਆਂ ਆਈਆਂ ਵੀ ਆ। ਸੋ ਸਮਾਜ ਤੇ ਜਿਹੜਾ ਰੰਗਮੰਚ ਆ ਉਹ ਕੀ ਅਸਰ ਪਾਉਂਦਾ ਹੈ? ਦੇਖੋ, ਜਿਹੜਾ ਰੰਗਮੰਚ ਹੈ ਸਮਾਜ ਦਾ ਆਈਨਾ ਹੈ ਉਹ ਜੀ, ਹੈ ਨਾ, ਸਮਾਜ ਦਾ ਆਈਨਾ ਹੈ। ਤੇ ਜਦੋਂ ਵੀ ਸਮਾਜ 'ਚ ਉਤਾਰ ਚੜਾਅ ਆਉਂਦੇ ਨੇ, ਕੁਰੀਤੀਆਂ ਪੈਦਾ ਹੁੰਦੀਆਂ ਨੇ ਜੀ, ਆਰਟਿਸਟ ਰਿਐਕਟ ਕਰਦਾ ਹੈ। ਆਰਟਿਸਟ ਸਮਾਜ ਦੀ ਪੈਦਾਇਸ਼ ਹੈ ਨਾ, ਆਰਟਿਸਟ ਰਿਐਕਟ ਕਰਦਾ। ਜਦੋਂ ਆਰਟਿਸਟ ਰਿਐਕਟ ਕਰਦਾ ਹੈ, ਕਿਤੇ ਇੱਕ ਗੀਤ ਲਿਖਿਆ ਜਾਂਦਾ ਹੈ, ਇੱਕ ਨਾਟਕ ਲਿਖਿਆ ਜਾਂਦਾ ਹੈ, ਇੱਕ ਕਹਾਣੀ ਲਿਖੀ ਜਾਂਦੀ ਹੈ, ਇੱਕ ਕਵਿਤਾ ਲਿਖੀ ਜਾਂਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਵਿਆਪਕ ਤੌਰ 'ਤੇ ਸਮਾਜ 'ਤੇ ਅਸਰ ਪਾਉਂਦੀਆਂ ਨੇ। ਬਿਲਕੁਲ, ਆਜ਼ਾਦੀ ਦੀ ਲੜਾਈ ਸੀ ਜਦੋਂ ਆਪਣੀ, ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਨੈਸ਼ਨਲ ਥੀਏਟਰ ਦਾ ਬਹੁਤ ਹੱਥ ਰਿਹਾ ਹੈ। ਨੈਸ਼ਨਲ ਥੀਏਟਰ, ਉਤਪਲ ਜੀ ਨੇ ਨਾਟਕ ਲਿਖਿਆ, ਟੀਨ ਕੀ ਤਲਵਾਰ ਲਿਖਿਆ ਜੀ, ਭਾਰਤੇਂਦੂ ਹਰੀਸ਼ ਚੰਦਰ ਜੀ ਨੇ ਭਾਰਤ ਦੁਰਦਸ਼ਾ ਲਿਖੀ, ਬ੍ਰਿਟਿਸ਼ ਹਕੂਮਤ ਕੀ ਦੁਰਦਸ਼ਾ ਹੈ ਦੇਸ਼ ਦੀ। ਅੰਧੇਰ ਨਗਰੀ ਚੌਪਟਰਾ ਜਿਹੜਾ ਸਦਾ ਬਹਾਰ ਨਾਟਕ ਹੈ, ਉਹ ਵੀ ਉਦੋਂ ਹੀ ਲਿਖਿਆ ਗਿਆ, ਉਹ ਵੀ ਉਹਨਾਂ ਨੇ ਲਿਖਿਆ ਜੀ। ਕ੍ਰਿਸ਼ਨ ਚੰਦਰ ਜੀ ਨੇ ਬਹੁਤ ਨਾਟਕ ਲਿਖੇ, ਕਿੰਨੇ ਹੀ ਗੀਤ ਲਿਖੇ ਗਏ। ਆਨੰਦ ਮਠ ਇੱਕ ਨਾਵਲ ਲਿਖਿਆ ਗਿਆ ਬੰਗਾਲ ਦੇ ਵਿੱਚ, ਬੰਕਿਮ ਚੰਦਰ ਚੈਟਰਜੀ ਦਾ, ਉਹਦੇ ਵਿੱਚ ਸੀਗਾ ਵੰਦੇ ਮਾਤਰਮ, ਉੱਥੋਂ ਨਿਕਲਿਆ ਗੀਤ। ਪਗੜੀ ਸੰਭਾਲ ਜੱਟਾ, ਉਦੋਂ ਨਿਕਲਿਆ ਗੀਤ ਜੀ ਜੀ ਜੀ। ਹੋਰ ਵੀ ਬਹੁਤ ਸਾਰੇ ਜਿਹੜੇ ਨੋਟੰਕੀਸ ਹੁੰਦੀਆਂ ਸੀ ਉਸ ਟਾਈਮ, ਉਹਨਾਂ ਦੇ ਵਿੱਚ ਵੀ ਵੀਰ ਰਸ ਪ੍ਰਧਾਨ ਅੰਗਰੇਜ਼ਾਂ ਦੇ ਖਿਲਾਫ ਕਿਤੇ ਨਾ ਕਿਤੇ ਉਹ ਦਿਖਾਉਂਦੇ ਰਹੇ ਸੀਨ। ਉਹ ਫਿਰ ਕਰਦੇ ਕਰਦੇ ਇੱਕ ਲੋਕ ਲਹਿਰ ਬਣ ਗਈ ਬ੍ਰਿਟਿਸ਼ ਹਕੂਮਤ ਦੇ ਖਿਲਾਫ, ਫਿਰ ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਇਸ ਕਰਕੇ ਸਮਾਜ ਤੇ ਰੰਗਮੰਚ ਦਾ ਸਾਥ ਹੈਗਾ ਜੀ, ਹੈ ਨਾ, ਇੱਕੋ ਹੀ ਨੇ। ਸਮਾਜ ਦੇ ਵਿੱਚੋਂ ਰੰਗਮੰਚ ਪੈਦਾ ਹੋਇਆ, ਇਨਸਾਨ ਜਿਹੜਾ ਹੈ ਸਮਾਜ ਦੀ ਪੈਦਾਇਸ਼ ਹੈ। ਤੁਸੀਂ 1975 ਤੋਂ ਥੀਏਟਰ ਦੀ ਲਾਈਨ 'ਚੋਂ ਮੈਂ, ਹਾਂਜੀ, ਤੁਸੀਂ ਬਹੁਤ ਸਾਰੇ ਨਾਟਕ ਆਪ ਵੀ ਕੀਤੇ ਤੇ ਬਾਕੀਆਂ ਨੂੰ ਵੀ ਕਰਾਏ। ਬੱਚਿਆਂ ਦੇ ਨਾਟਕ ਜਿਹੜੇ ਕਦੀ ਨਹੀਂ ਭੁੱਲਦੇ, ਤੁਸੀਂ ਉਹ ਨਾਟਕ ਕੀਤੇ, ਕਿਉਂਕਿ ਬੱਚੇ ਦੀ ਕਿਲਕਾਰੀ ਵੀ ਕਦੇ ਨਹੀਂ ਭੁੱਲਦੀ, ਹੈ ਨਾ। ਤੇ ਕੋਈ ਅਜਿਹੀ ਯਾਦ, ਅਭੁੱਲ ਯਾਦ ਜੋ ਸਾਡੇ ਨਾਲ ਸਾਂਝੀ ਕਰਨਾ ਚਾਹੋ? ਹਾਂ, ਜ਼ਰੂਰ। ਇੱਕ ਨਾਟਕ ਹੈਗਾ ਈਦਗਾਹ। ਈਦਗਾਹ 'ਚ 20-25 ਬੱਚੇ ਨੇ ਤੇ ਅੱਧਾ ਪਲੇ ਹੋ ਚੁੱਕਿਆ ਸੀਗਾ। ਜਿਹੜਾ ਮੇਨ ਕਰੈਕਟਰ ਕਰ ਰਿਹਾ ਸੀਗਾ ਹਾਮਿਦ ਦਾ ਕਰੈਕਟਰ, ਮੇਲੇ ਜਾਂਦੇ ਆ, ਚਿਮਟਾ ਖਰੀਦਦਾ, ਬਾਕੀ ਸਾਰੇ ਬੱਚੇ ਸਟੇਜ 'ਤੇ ਆ ਜਾਂਦੇ ਆ ਕਿ ਚਲੋ ਘਰ ਚੱਲੀਏ। ਵੇਟ ਹੋ ਰਹੀ ਹੈ ਕਿ ਹਾਮਿਦ ਨਹੀਂ ਆਇਆ, ਠੀਕ ਹੈ। ਇੱਕ ਬੱਚਾ ਭੱਜਿਆ ਆਉਂਦਾ, ਜਿਹੜਾ ਹਾਮਿਦ ਸੀ ਉਹ 5 ਸਾਲ ਦਾ ਬੱਚਾ ਸੀਗਾ, ਅੱਛਾ ਜੀ, ਹੈ ਨਾ। ਭੱਜਿਆ ਆਉਂਦਾ ਕਿ ਅਰੇ ਦੇਖੋ ਹਾਮਿਦ ਨੇ ਕਿਆ ਖਰੀਦਾ ਹੈ। तो पिछे मुड़ के वो तो बच्चा आ गया, हामिद देखा, मैं पिछे मुड़ के हामिद गायब है। अच्छा। कॉलर माइक मैं ਉਹਦਾ ऑन ਕੀਤਾ, ਖੜਾ ਕੀਤਾ, ਲੇਕਿਨ ਉਹ ਕਿੱਥੇ ਚਲਾ ਗਿਆ। ਭੱਜ ਕੇ ਮੈਂ ਪਿੱਛੇ ਰੂਮ 'ਚ ਗਿਆ। ਅੱਛਾ। बैक स्टेज ਤੇ ਰੂਮ ਨੇ ਸਾਡੇ ਦੋ, ਉੱਥੇ ਦੇਖਿਆ, ਉੱਥੇ ਨਹੀਂ ਦੇਖਿਆ, ਟੈਨਸ਼ਨ ਹੋ ਗਈ। ਫਿਰ ਮੈਂ ਕਿਹਾ अरे हामिद कहाँ हो। ਟਾਇਲਟ 'ਚ ਆਵਾਜ਼ ਆਈ, ਮਾਈਕ ਉਹਦਾ ऑन ਸੀ, ਸਰ ਮੈਂ ਪੋਟੀ ਕਰ ਰਿਹਾ। ਆਡੀਅੰਸ ਲਾਫਟਰ ਪਿਆ ਕੁਛ। ਤੇ ਉਸ ਤੋਂ ਬਾਅਦ ਜਿਹੜਾ ਕੋਰਸ ਵਾਲੇ ਸੀ ਉਹਨੇ ਆਪਣੇ ਕੀੜੇ ਕੱਢਣੇ ਸ਼ੁਰੂ ਕਰਤੇ। ਅੱਜ ਈਦ ਹੈ ਉਹਨੇ ਸਟਾਰਟ ਹੋ ਗਿਆ, ਜਦ ਤੱਕ ਬੱਚੇ ਦੀ ਐਂਟਰੀ ਨਹੀਂ ਹੋਈ। ਜਦੋਂ ਬੱਚਾ ਚੁੰਮਟਾ ਲੈ ਕੇ ਆਇਆ ਦਵਾ ਦਾ ਹੱਥ ਧੋ ਕੇ, ਦੈਨ ਆਡੀਅੰਸ ਸਿਆਣੀ ਹੈ, ਉਹਨਾਂ ਨੇ ਕਲੈਪਿੰਗ ਕੀਤੀ ਕਿ ਬੱਚਾ ਨਰਵਸ ਨਾ ਹੋਵੇ। ਹਾਂਜੀ। ਤੇ ਬੱਚੇ ਨੇ ਸੋਚਿਆ ਕਿ ਮੇਰੀ ਪਰਫਾਰਮੈਂਸ ਕਰਕੇ ਕਲੈਪਿੰਗ ਹੋ ਰਹੀ ਹੈ। ਜੀ ਜੀ ਜੀ। ਉਹਦਾ ਫੋਰ ਉਹਨੇ ਪਿਕਅਪ ਫੜ ਲਿਆ, ਸਪੀਡ ਫੜ ਲਈ, ਔਰ ਇੰਨਾ ਵਧੀਆ ਪਰਫਾਰਮ ਕਰਕੇ ਗਿਆ ਕਿ ਉਹਦੀ ਮੈਮੋਰੇਬਲ ਪਰਫਾਰਮੈਂਸ ਉਹਦੀ ਮੰਨੀ ਜਾਂਦੀ ਹੈ। ਕੀ ਬਾਤ ਹੈ।
ਥੀਏਟਰ ਨੂੰ ਲੈ ਕੇ ਨਾ ਮਨ ਦੇ ਵਿੱਚ ਹਮੇਸ਼ਾ ਵਿਚਾਰ ਇਹੀ ਆਉਂਦੇ ਆ ਕਿ ਯਾਰ ਇਹਦੇ ਵਿੱਚ ਰੋਜ਼ਗਾਰ ਕਿਵੇਂ ਹਾਸਲ ਕਰਾਂਗੇ, ਰੋਜ਼ਗਾਰ ਨੂੰ ਲੈ ਕੇ ਬੜੇ ਜਿਹੜੇ ਆ ਉਹ ਖਿਆਲ ਆਉਂਦੇ ਆ ਮਨ ਦੇ ਵਿੱਚ। ਸੋ ਕੀ ਸਕੋਪ ਹੈ ਰੰਗਮੰਚ ਦੇ ਦੁਆਰਾ? ਦੇਖੋ ਅੱਜ ਕੱਲ੍ਹ ਕੀ ਹੈਗਾ ਕਿ ਪੇਰੈਂਟਸ ਚਾਹੁੰਦੇ ਆ ਕਿ ਬੱਚਾ +1 +2 ਕਰ ਲੇ, ਜੀ 2-4 ਪ੍ਰੋਫੈਸ਼ਨਲ ਕੋਰਸ ਕਰ ਲੇ, ਉਸ ਤੋਂ ਬਾਅਦ 10 ਲੱਖ ਦਾ 20 ਲੱਖ ਦਾ ਕੋਈ ਪੈਕੇਜ ਮਿਲ ਜੇ, ਸੈਟਲ ਹੋ ਜੇ, ਪੈਕੇਜ ਮਿਲ ਜੇ, ਬਸ ਸੈਟਲ ਹੋ ਜੇ ਔਰ 30-35 ਸਾਲ ਉਹਨੇ ਕਿਵੇਂ ਕੱਢਣੇ ਆ ਬਸ ਉਹਦੇ ਜੋਗਾ ਹੋ ਜੇ। ਹਾਂਜੀ। ਜਾਂ ਫਿਰ ਬੱਚਾ ਬਾਹਰ ਚਲਾ ਜਾਵੇ, ਬਾਹਰ ਜਾਣ ਦਾ ਬਹੁਤ ਕਰੇਜ਼ ਹੈ ਅੱਜ ਕੱਲ੍ਹ। ਇਹਦੇ ਵਿੱਚ ਐਡਾ ਬੜਾ ਕੋਈ ਸਕੋਪ ਤਾਂ ਨਹੀਂ ਹੈ। ਇੱਕ ਤਾਂ ਦੇਖੋ ਜਿਵੇਂ ਇਸ਼ਕ ਹੁੰਦਾ ਕਿ ਇਸ਼ਕ ਹੈ ਸਾਨੂੰ ਥੀਏਟਰ ਨਾਲ, ਰੋਜ਼ੀ ਰੋਟੀ ਵੀ ਚੱਲਦੀ ਰਹੇ, ਕਿਉਂਕਿ ਪਹਿਲਾਂ ਕੋਈ 1000 ਰੁਪਏ ਨਹੀਂ ਦਿੰਦਾ ਸੀ। ਜਦ ਅਸੀਂ ਪਾਸ ਆਊਟ ਕੀਤਾ ਸੀਗਾ ਕੋਈ ਕਾਲਜ ਵਾਲੇ 1000 ਰੁਪਏ ਵੀ ਨਹੀਂ ਦਿੰਦੇ ਹੁੰਦੇ ਸੀਗੇ। ਅੱਛਾ ਜੀ। ਹੈ ਨਾ ਉਸ ਟਾਈਮ ਤੇ। ਤੇ ਹੁਣ ਤਾਂ ਸਕੋਪ ਕਾਫੀ ਹੈ, ਫੈਸਟੀਵਲਾਂ 'ਚ ਲੱਖ ਰੁਪਇਆ ਦਿੱਤਾ ਜਾਂਦਾ ਹੈ। ਅੱਛਾ ਜੀ। ਫੈਸਟੀਵਲਾਂ 'ਚ ਦਿੱਤਾ ਜਾਂਦਾ ਹੈ, ਜਿਹੜੇ ਕੰਟੈਕਟਸ ਮਿਲਦੇ ਆ ਸਰ ਗਵਰਨਮੈਂਟ ਕਰਨੀ ਉਹ ਹੈ, NZCC ਵੀ ਕਰਦੀ ਹੈ, ਉੱਥੋਂ ਵੀ ਤੁਸੀਂ ਸ਼ੋਜ਼ ਲੈ ਸਕਦੇ ਹੋ। ਹੁਣ ਤਾਂ ਬਹੁਤ ਜ਼ਿਆਦਾ ਸਕੋਪ ਹੈਗਾ, ਕੋਈ ਦਿੱਕਤ ਨਹੀਂ। ਮਤਲਬ ਬਾਹਰ ਜਾ ਕੇ ਜਦੋਂ ਤੁਸੀਂ ਸੰਘਰਸ਼ ਕਰਨ ਜਾਂਦੇ ਹੋ ਅੱਜ ਦੀ ਡੇਟ 'ਚ ਬੰਬੇ ਜੀ, ਸਰਵਾਈਵ ਕਰ ਸਕਦੇ ਹੋ, ਡਬਿੰਗ ਕਰਕੇ ਸਰਵਾਈਵ ਕਰ ਸਕਦਾ, ਲਾਈਟਿੰਗ ਕਰਕੇ ਸਰਵਾਈਵ ਕਰ ਸਕਦਾ, ਸੈਟ ਡਿਜ਼ਾਈਨ ਕਰ ਸਕਦਾ, ਉਹ ਸਕ੍ਰਿਪਟ ਰਾਈਟਿੰਗ ਕਰ ਸਕਦਾ। ਅੱਜ ਕੱਲ੍ਹ ਸਕੋਪ ਹੈਗਾ ਹੈ ਨਾ। ਸੰਘਰਸ਼ ਜਿਹੜਾ ਪੀਰੀਅਡ ਆ ਉਹ ਨਿਕਲ ਸਕਦਾ ਜੀ। ਸਿਧਾਂਤਕ ਯਾਨੀ ਕਿ ਥਿਊਰੀ ਦੀ ਗੱਲ ਕਰੀਏ, ਉਹ ਕੀ ਅਸਰ ਪਾਉਂਦੀ ਹੈ? ਥਿਊਰੀ ਦੇਖੋ ਕੁਝ ਖਾਸ ਅਸਰ ਨਹੀਂ ਪਾਉਂਦੀ, ਹਾਲਾਂਕਿ ਅਸੀਂ ਵੀ ਸਿਰਫ ਕਿਤਾਬੀ ਗੱਲਾਂ ਨੇ। ਜਦੋਂ ਅਸੀਂ ਡਰਾਮਾ ਡਿਪਾਰਟਮੈਂਟ ਸੀ ਪੰਜਾਬੀ ਯੂਨੀਵਰਸਿਟੀ, ਉਦੋਂ ਕਾਫੀ ਥਿਊਰੀਜ਼ ਪੜ੍ਹੀਆਂ ਨੇ, ਉਦੋਂ ਲੱਗਦਾ ਸੀ ਕਿ ਬਹੁਤ ਕੰਮ ਆਉਣਗੀਆਂ, ਲੇਕਿਨ ਚਿਲਡਰਨ ਥੀਏਟਰ ਦੇ ਵਿੱਚ ਬਿਲਕੁਲ ਕੰਮ ਨਹੀਂ ਆਉਂਦੀ। ਕਿਉਂਕਿ ਇੱਕ ਨਾਟਕ ਸੀਗਾ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਕਹਾਣੀ ਸੀ ਤੋਤਾ ਜੀ, ਉਹਨੂੰ ਮੈਂ ਡਰਾਮਾਟਾਈਜ਼ ਕੀਤਾ। ਉਹਦੇ ਵਿੱਚ ਕੀ ਹੁੰਦਾ ਕਿ ਇੱਕ ਰਾਜਾ ਤੋਤਾ ਪਾਲਦਾ ਹੈ, ਉਹ ਤੜਕੇ ਉੱਠਦੀ ਰਾਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਤੋਤਾ ਬਹੁਤ ਬਦਤਮੀਜ਼ ਕਿਸਮ ਦਾ ਤੋਤਾ ਹੁੰਦਾ, ਜਿਹੇ ਜਿਹੇ ਮਾਹੌਲ 'ਚ ਆਇਆ ਹੋ, ਕਿਉਂਕਿ ਤੋਤੇ ਨੂੰ ਜੋ 4 ਚੀਜ਼ਾਂ ਸਿਖਾ ਦਿਓ ਬਾਰ-ਬਾਰ ਉਹਦੇ ਸਾਹਮਣੇ ਆਸ-ਪਾਸ ਬੋਲਿਆ ਜਾਂ ਉਹ ਬੋਲਦਾ ਰਹਿੰਦਾ ਹੈ ਨਾ। ਉਹ ਰਾਜਾ ਕਹਿੰਦਾ ਇਹਨੂੰ, ਕਹਿੰਦਾ ਵਿਦਵਾਨ ਬਣਾਓ ਪੜ੍ਹਾ ਲਿਖਾ ਕੇ। ਰਾਜਾ ਸਾਹਿਬ ਹੁਕਮ ਕਰਦੇ ਆ ਕਿ ਇਹਨੂੰ ਵਿਦਵਾਨ ਬਣਾਇਆ ਜਾਵੇ ਪੜ੍ਹਾ ਲਿਖਾ ਕੇ। ਅੱਛਾ ਜੀ। ਸਾਰੇ ਮੰਤਰੀ ਉਸ ਕੰਮ 'ਚ ਲੱਗ ਜਾਂਦੇ ਆ। ਅੱਛਾ, ਹੈ ਨਾ। ਫਿਰ ਕੀ ਹੁੰਦਾ ਕਿ ਢੰਡੋਰਾ ਪਿੱਟਿਆ ਜਾਂਦਾ, ਪੂਰੇ ਦੇਸ਼ ਦੇ ਵਿੱਚੋਂ ਪੰਡਿਤ ਵਿਦਵਾਨ ਬੁਲਾਏ ਜਾਂਦੇ ਆ ਕਿ ਤੋਤੇ ਨੂੰ ਪੜ੍ਹਾਉਣਾ ਹੈ। ਪਿੰਜਰਾ ਬਣਾਇਆ ਜਾਂਦਾ ਉਹਦੇ ਵਾਸਤੇ, ਸੋਨੇ ਦਾ ਪਿੰਜਰਾ ਬਣਾਓ ਫਿਰ ਪੜੂਗਾ ਕਹਿੰਦੇ। ਫਿਰ ਕਹਿੰਦੇ ਗੰਗਾ ਜਲ ਲੈ ਕੇ ਆਓ ਹਰਿਦੁਆਰ ਤੋਂ, ਉਹਦੇ ਨਾਲ ਨਲਾਇਆ ਕਰੋ ਡੇਲੀ। ਉਹ ਖਰਚਾ ਸ਼ੁਰੂ ਹੋ ਜਾਂਦਾ ਜਿਵੇਂ ਵੀ ਹੁੰਦੀਆਂ ਨੇ ਆਪਣੀ, ਹੈ ਨਾ। ਫਿਰ ਤੋਤੇ ਤੇ ਕੋਈ ਅਸਰ ਨਹੀਂ ਹੁੰਦਾ, ਤੋਤਾ ਕਿਵੇਂ ਪੜ੍ਹ ਸਕਦਾ? ਬਿਲਕੁਲ ਹੈ ਨਾ। ਫਿਰ ਉਹ ਕੀ ਕਰਦੇ ਆ ਕਿ ਕਾਗਜ਼ ਤੇ ਕਲਮ ਲੈ ਕੇ ਕਾਗਜ਼ ਤੇ ਮੰਤਰ ਲਿਖਦੇ ਆ। ਉਹ ਮੰਤਰ ਦੀ ਫੋਲਡ ਕਰਕੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਬੱਤੀ ਬਣਾ ਕੇ, ਉਹਦੇ ਮੂੰਹ 'ਚ ਠੂਸਣਾ ਸ਼ੁਰੂ ਕਰਦੇ। ਅੱਛਾ ਜੀ। ਉਹ ਠੂਸਦੇ ਵਿਚਾਰਾ ਤੋਤਾ ਮਰੀ ਜਾਂਦਾ। 4 ਸਾਲ ਦੇ ਬੱਚੇ ਨੂੰ ਜੇ ਅਸੀਂ ਸਮਝਾਉਣ ਲੱਗ ਜਾਈਏ ਕਿ ਰੀਅਲਿਸਟਿਕ ਪਲੇ ਹੈ, ਨॉन ਰੀਅਲਿਸਟਿਕ ਪਲੇ ਹੈ, ਇਹ ਫੋਕ ਫਾਰਮ ਹੈ, ਇਹ ਹੈ ਉਹ ਹੈ, ਉਹ ਬੱਚਾ ਭੱਜੂਗਾ ਜਾਂ ਤਾਂ ਛੱਡ ਕੇ ਦੂਜੇ ਦਿਨ ਆਊਗਾ ਹੀ ਨਹੀਂ ਵਿਚਾਰਾ। ਬੱਚੇ ਨੂੰ ਤਾਂ ਜੋ ਤੁਸੀਂ ਬੋਲ ਦੋਗੇ, ਜੋ ਕਰਵਾ ਲਓਗੇ, ਜਿੰਨਾ ਕੋ ਨਾ ਕਰ ਜਾਂਦੇ। ਅੱਛਾ, ਮੈਂ ਮਾਹੌਲ ਦੀ ਗੱਲ ਕਰਨੀ ਚਾਹੁੰਦਾ ਕਿ ਰੰਗਮੰਚ ਦੇ ਕਰਦੇ ਸਮੇਂ ਉੱਥੇ ਕਿਹੋ ਜਿਹਾ ਮਾਹੌਲ ਹੁੰਦਾ ਹੈ ਕਲਾਕਾਰਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ? ਉੱਥੇ ਮਾਹੌਲ ਹਸਨੁਮਾ ਹੁੰਦਾ ਹੈ ਕਿ ਜਾਂ ਕਿੱਦਾਂ ਦਾ ਹੁੰਦਾ ਹੈ? ਦੇਖੋ ਪੇਰੈਂਟਸ ਨੂੰ ਅਸੀਂ ਬੈਠਣ ਨਹੀਂ ਦਿੰਦੇ ਜੀ। ਜਦੋਂ ਬੱਚੇ ਨੂੰ ਛੱਡਣ ਆਉਂਦੇ ਆ ਪੇਰੈਂਟਸ ਨੂੰ ਬੈਠਣ ਦਿੰਦੇ, ਕਿਉਂਕਿ ਪੇਰੈਂਟਸ ਸਿਰ ਤੇ ਬੈਠਾ ਰਹੇ ਬੱਚਾ ਕੰਮ ਨਹੀਂ ਕਰਦਾ। ਫਿਰ ਜੀ ਇੱਕ ਸ਼ੈ ਵੀ ਰਹਿੰਦੀ ਆ। ਹਾਲਾਂਕਿ ਅਸੀਂ ਬੱਚੇ ਨੂੰ ਮਾਰਦੇ ਨਹੀਂ, ਬੱਚੇ ਨੂੰ ਡਾਂਟਦੇ ਨਹੀਂ, ਬੱਚਿਆਂ ਤੋਂ ਪਿਆਰ ਨਾਲ ਕੰਮ, ਬੱਚਾ ਤੋਂ ਬੱਚਾ ਬਣ ਕੇ ਕੰਮ ਲੈਣਾ ਪੈਂਦਾ ਹੈ ਜੀ। ਪੇਰੈਂਟਸ ਨੂੰ ਉੱਥੇ ਬੈਠਣ ਨਹੀਂ ਦਿੰਦੇ। ਸ਼ੋਅ 'ਚ ਉਹ ਬਹੁਤ ਇੰਜੋਏ ਕਰਦੇ। ਹਾਂ, ਆ ਕੇ ਜਦੋਂ ਲੈਣ ਆਉਂਦੇ ਆ ਉਹ ਫਿਰ ਥੋੜਾ ਲੁੱਕ ਕੇ ਜਾਲੀ ਵਿੱਚ ਦੀ ਦੇਖ ਲੈਂਦੇ ਆ ਕਿ ਸਾਡਾ ਬੱਚਾ ਕਰ ਰਿਹਾ, ਬਹੁਤ ਖੁਸ਼ ਹੁੰਦੇ ਆ ਕਿ ਹਾਂ ਬੱਚਾ ਕਰ ਰਿਹਾ ਹੈ। ਜੀ। ਟਾਈਮ ਘੱਟ ਰਹਿ ਗਿਆ ਤੇ ਜਾਂਦੇ ਜਾਂਦੇ ਸੰਦੇਸ਼ ਕੀ ਦੇ ਕੇ ਜਾਓਗੇ? ਸੰਦੇਸ਼ ਹੈ ਕਿ ਹਰੇਕ ਇਨਸਾਨ ਦੇ ਅੰਦਰ ਇੱਕ ਬੱਚਾ ਹੁੰਦਾ ਹੈ ਜੀ, ਉਹਨੂੰ ਜ਼ਿੰਦਾ ਰੱਖਣਾ ਚਾਹੀਦਾ ਹੈ ਨਾ। ਸਾਡੇ ਅੰਦਰ ਵੀ ਹੈ। मेरे दिल के किसी कोने में एक मासूम सा बच्चा बड़ों की देख के दुनिया बड़ा होने से डरता है। क्या बात है। तो जिंदा रखा ਤਾਂ ਹੀ ਥੀਏਟਰ ਚੱਲੀ ਜਾਂਦਾ ਹੈ ਬੱਚਿਆਂ ਨਾਲ। ਅਸੀਂ ਵੀ, ਸਾਡੇ 'ਚ ਵੀ ਐਨਰਜੀ ਹੈ ਬੱਚਿਆਂ ਜੀ, ਹੈ ਨਾ। ਤੁਸੀਂ ਸਟੂਡੀਓ ਦੇ ਵਿੱਚ ਆਏ, ਬਹੁਤ ਸਾਰੀ ਜਾਣਕਾਰੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ 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 ਸ਼ੁਕਰੀਆ ਜੀ। ਥੈਂਕ ਯੂ।